ਸੋ ਮੇਰੀ ਬੇਸਿਕਲੀ ਐਂਟਰੀ ਹੁੰਦੀ ਹੈ ਮਰਡਰ ਵਾਲੇ ਦਿਨ। ਸੋ ਇਹ ਕਿਤਾਬ ਵੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਤੇ ਇਹ ਕਿਤਾਬ ਦੇ ਵਿੱਚ ਮੈਂ ਪੰਜਾਬ ਦੇ ਹਾਲਾਤ ਵੀ ਕਰਨ ਦੀ ਕੋਸ਼ਿਸ਼ ਕੀਤੀ। ਮਾਨਸਾ ਕੀ ਹੈ, ਜਿੱਥੋਂ ਮਾਨਸਾ ਤੋਂ ਉੱਠੇ ਨੇ, ਜਿਹੜੇ ਮਾਨਸਾ ਨੂੰ ਉਹ ਵਰਲਡ ਮੈਪ ਤੇ ਲੈ ਗਏ ਨੇ। ਸਿੱਧੂ ਮੂਸੇਵਾਲਾ ਨੂੰ ਅੱਜ ਤੱਕ ਇਹ ਕੋਈ ਪ੍ਰੂਵ ਨਹੀਂ ਕਰ ਪਾਇਆ ਕਿ ਉਹ ਖੁਦ ਗੈਂਗਸਟਰਸ ਨਾਲ ਇਨਵੋਲਵ ਸੀਗਾ, ਪਰ ਇਹ ਲੋਕ ਮੰਨਦੇ ਨੇ ਕਿ 295 ਵਰਗਾ ਸੌਂਗ ਜਾਂ ਇਸ ਤੋਂ ਪਹਿਲੇ ਇੱਕ ਦੋ ਸੌਂਗਸ ਨੇ, ਉਸ ਦੇ ਵਿੱਚ ਉਹ ਇੱਕ ਥ੍ਰੈਸ਼ਹੋਲਡ ਆਫ ਮੈਚੋਰਿਟੀ ਤੇ ਸੀ, ਇੱਕ ਇਹੋ ਜਿਹੀ ਥਾਂ ਤੇ ਸੀ ਜਿੱਥੇ ਮੂਸੇਵਾਲਾ ਇੱਕ ਚੇਂਜ ਲਿਆ ਸਕਦਾ। ਹੀ ਕੁਡ ਹੈਵ ਚੇਂਜਡ ਐਨੀਥਿੰਗ, ਇੱਕ ਆਈਡੀਓਲੋਜੀ ਦੀ ਤਰਫ ਸੀਗਾ। ਮੈਂ ਉਸ ਇੰਟਰਵਿਊ ਲਈ ਬੜਾ ਥੈਂਕਫੁਲ ਹਾਂ। ਜਿਹੜੀ ਮੇਰੀ ਥਿਊਰੀ ਸੀਗੀ ਨਾ ਕਿ ਇਹ ਲਾਰੈਂਸ ਬਿਸ਼ਨੋਈ ਨੂੰ ਸਿਰਫ ਯੂਜ਼ ਕੀਤਾ ਗਿਆ, ਉਹ ਉਸ ਇੰਟਰਵਿਊ ਨੇ ਪ੍ਰੂਵ ਕਰ ਦਿੱਤਾ। ਉਹ ਜਿਹੜੀ ਬੈਕ ਟੂ ਬੈਕ ਇੰਟਰਵਿਊ ਸੀ, ਉਹ ਇਹ ਗੱਲ ਪ੍ਰੂਵ ਕਰਦੀ ਹੈ ਕਿ ਕੁਝ ਫੋਰਸਿਸ ਨੇ ਜਿਹੜੀਆਂ ਲਾਰੈਂਸ ਬਿਸ਼ਨੋਈ ਨੂੰ ਹੈਲਪ ਕਰ ਰਹੀਆਂ। ਸਭ ਤੋਂ ਵੱਡੀ ਗੱਲ, ਅੱਜ ਉਸ ਇੰਟਰਵਿਊ ਨੂੰ 3 ਮਹੀਨੇ ਹੋਣ ਵਾਲੇ ਨੇ, ਹਜੇ ਤੱਕ ਪੰਜਾਬ ਪੁਲਿਸ ਦੀ ਇਨਕੁਆਇਰੀ ਨਹੀਂ ਕੰਪਲੀਟ ਹੋਈ। ਇਸ ਸਿਸਟਮ ਦਾ ਮਜ਼ਾਕ ਦੇਖੋ। ਜਿਹੜੇ ਵੈਪਨ ਮਾਣੂ ਕੁੱਸਾ ਤੇ ਰੂਪਾ ਕੋਲ ਸੀ, ਉਹ ਤਾਂ ਉਹਨਾਂ ਦੀ ਬੋਡੀਜ਼ ਦੇ ਨਾਲ ਰਿਕਵਰ ਹੋ ਗਏ, ਪਰ ਜਿਹੜੇ ਫੌਜੀ ਅੰਕਿਤ ਵਗੈਰਾ ਕੋਲ ਵੈਪਨ ਸੀ, ਉਹ ਜੋਗਿੰਦਰ ਜੋਗਾ ਨਾਂ ਦੇ ਬੰਦੇ ਨੇ ਸਪਲਾਈ ਕੀਤੇ ਤੇ ਜੋਗਿੰਦਰ ਜੋਗਾ ਨੂੰ ਵਾਪਸ ਮਿਲ ਗਏ ਤੇ ਉਹ ਵੈਪਨ ਹਜੇ ਤੱਕ ਨਹੀਂ ਹੈ। ਵੀ ਜਿਹੜਾ ਇਹ ਬੰਦੇ ਦਾ ਵੀ ਉਵੇਂ ਨਾਮ ਨਹੀਂ ਸਾਹਮਣੇ ਆਇਆ ਵੀ ਇਹਦਾ ਤਾਂ ਪਤਾ ਕਰ ਲਓ ਵੀ ਇਹ ਕੌਣ ਸੀ। ਹਾਂ, ਉਹਦੇ ਬਹੁਤ ਘੱਟ ਜ਼ਿਕਰ ਹੋ ਇਹ ਗਿਆ। ਜੋਗਾ ਸਿੰਘ ਜਿਹਦਾ ਬਾਰੇ ਕਿਹਾ ਜਾਂਦਾ ਵੀ ਇਹ ਜਿਹੜਾ ਵੱਡਾ ਵੈਪਨ ਸੀ, ਜਿਹੜਾ ਆਪਾਂ ਕਹਿ ਦਈਏ ਵੀ ਈਜ਼ੀਲੀ ਨਹੀਂ ਕਿਸੇ ਕੋਲੇ, ਵੀ ਉਹਦਾ ਵੀ ਨਹੀਂ ਕਲੀਅਰ ਹੋਇਆ, ਨਾ ਹੀ ਉਹ ਵੈਪਨ ਦੀ ਗੱਲ ਆ। ਹੁਣ ਲੋਕਾਂ 'ਚ ਉਹ ਦੋ ਚਰਚਾਵਾਂ ਬਣੀਆਂ, ਜਿਹੜਾ ਮੀਡੀਆ ਨੇ ਇੱਕ ਟ੍ਰਾਇਲ ਚਲਾਤਾ ਵੀ ਉਹ 94 ਸੀ ਕਿ AK-47 ਸੀ। ਕੀ ਜਿਹੜੇ ਲੈਵਲ ਦਾ ਉਹ ਬੰਦਾ ਸੀ, ਉਸ ਲੈਵਲ ਦੀ ਇਨਵੈਸਟੀਗੇਸ਼ਨ ਹੋਈ ਜਾਂ ਭਾਰਤ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਵੀ ਉਸ ਲੈਵਲ ਤੱਕ ਕੰਮ ਗਿਆ ਕਿ ਨਹੀਂ? ਮੈਨੂੰ ਲੱਗਦਾ ਜੇ ਬਹੁਤ ਲੂਪ ਹੋਲਸ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ, ਅਤੇ ਇਹ ਕਨਸੈਪਟ ਤੇ ਪਹੁੰਚਿਓ ਵੀ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਪੰਜਾਬ ਨੂੰ ਡਰਾਉਣ ਦੀ ਕੋਸ਼ਿਸ਼ ਸੀ, ਜਾਂ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹ ਕਤਲ ਕੀਤਾ ਗਿਆ, ਉਸ ਐਂਗਲ ਤੋਂ ਤੁਸੀਂ ਕਿਵੇਂ ਦੇਖਦੇ ਹੋ? ਸੋ ਉਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਮੂਸੇਵਾਲਾ ਨੂੰ ਸੀਨ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਹ ਨਹੀਂ ਹੋਈ, ਉਹਨਾਂ ਦੇ ਗਾਣਿਆਂ ਨੂੰ ਵੀ ਖਤਮ ਕਰਨ ਦੀ, ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜੀ ਉਹਨਾਂ ਦੀ ਇਮੇਜ ਸੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁਝ ਨਹੀਂ ਹੋਇਆ ਤੇ ਫਿਰ ਉਹਨਾਂ ਨੂੰ ਮਾਰ ਦਿੱਤਾ ਗਿਆ। ਇਹ ਜਿਹੜੀ ਖੇਡ ਆ, ਇਹ ਖੇਡ ਤਾਂ ਭਾਈ ਲੀਡਰਾਂ ਨੇ ਰਚੀ ਵੀ ਆ, ਇੱਕ ਪੋਲੀਟੀਕਲ ਮਰਡਰ ਆ, ਇਹ ਲੋਕਾਂ ਦਾ ਸਵਾਲ ਆ। ਤੁਹਾਨੂੰ ਲੱਗਦਾ ਵੀ ਇਹ ਪੋਲਿਟਿਕਸ ਕਣੀ ਵੀ ਇਸ਼ਾਰਾ ਕਰਦਾ ਹੈਗਾ ਵੀ ਇਹ ਜਿਹੜੀ ਗੇਮ ਹੈ ਇਹ ਤਾਂ ਬਹੁਤ ਉੱਪਰੋਂ ਚੱਲੀ ਹੈ? ਇਹ ਜਿਹੜੇ ਫੋਰਸਿਸ ਨੇ ਨਾ, ਜਿਹੜੇ ਲਾਰੈਂਸ ਬਿਸ਼ਨੋਈ ਨੂੰ ਹੈਲਪ ਕਰ ਰਹੇ ਨੇ, ਜਿਹੜੇ ਮੂਸੇਵਾਲਾ ਨੂੰ ਐਲੀਮੀਨੇਟ ਕੀਤਾ ਹੈਗਾ, ਉਹ ਫੋਰਸਿਸ ਕੁਝ ਵੀ ਹੋ ਸਕਦੇ ਆ, ਏਜੰਸੀਜ਼ ਵੀ ਹੋ ਸਕਦੀਆਂ ਨੇ ਤੇ ਪੋਲੀਟੀਕਲ ਪਾਰਟੀਆਂ ਵੀ ਹੋ ਸਕਦੀਆਂ ਨੇ। ਤੁਹਾਨੂੰ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਉਹ ਪੈਸਾ ਆ ਕੇ, ਬਿਜ਼ਨਸ ਆ ਕੇ ਗੱਲ ਖੜ ਜਾਂਦੀ ਆ ਵੀ ਇਹ ਕੀ ਹੋ ਗਿਆ? ਬਿਲਕੁਲ ਜੀ, ਇੱਥੇ ਤਾਂ 5 ਰੁਪਏ ਪਿੱਛੇ ਮਰਡਰ ਕਰ ਦਿੱਤੇ ਜਾਂਦੇ। ਉਹ 500 ਕਰੋੜ ਵਰਥ ਉਹਦੀ ਪ੍ਰਾਪਰਟੀ ਹੈ, ਜੋ ਮੈਨੂੰ ਦੱਸੀ ਗਈ ਹੈ, ਜੋ ਉਹਨਾਂ ਦੀ ਗਾਣਿਆਂ ਦੀ ਵੈਲਿਊ 500 ਕਰੋੜ ਵਰਥ ਹੈ। ਸੋ ਦੈਟ ਇਜ਼ ਹਿਊਜ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਹ ਖਾਸ ਮੁਲਾਕਾਤ ਬਹੁਤ ਹੀ ਖਾਸ ਆ ਕਿਉਂਕਿ ਇਹ ਮੁਲਾਕਾਤ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਵੀ ਆ, ਸਿੱਧੇ ਤਰੀਕੇ ਨਾਲ ਵੀ ਜੁੜੀ ਵੀ ਆ। ਸ਼ੁਭ ਦੇ ਉੱਤੇ ਜਾਂ ਜੋ ਵੀ ਸ਼ੁਭ ਦੀ ਜ਼ਿੰਦਗੀ ਦੇ ਵਿੱਚ ਇਹ ਘਟਨਾ ਹੋਈ, ਜਾਂ ਮੂਸਾ ਫੈਮਿਲੀ ਦੇ ਨਾਲ ਜੋ ਇਹ ਘਟਨਾ ਹੋਈ, ਉਹਦੇ ਤੇ ਪੱਤਰਕਾਰ ਨੇ ਜਪਿੰਦਰਜੀਤ ਸਿੰਘ, ਮੇਰੇ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ, ਬੈਠੇ ਨੇ ਬਾਈ ਜੀ। ਤੇ ਇਹ ਕਿਤਾਬ ਆਈ ਆ ਹੂ ਕਿਲਡ ਮੂਸੇਵਾਲਾ। ਇਹ ਕਿਤਾਬ ਬਾਰੇ ਮੈਂ ਇੱਕ ਜ਼ਿਕਰ ਜ਼ਰੂਰ ਕਰਦਾ ਵੀ ਇਹ ਕਿਤਾਬ ਸਿਰਫ ਇਨਵੈਸਟੀਗੇਸ਼ਨ ਵਾਲੇ ਪਾਸਿਓਂ ਲਿਖੀ ਗਈ ਆ। ਉਸ ਚੀਜ਼ ਨੂੰ ਇਹ ਜਿਹੜੇ ਵੀ ਫੈਕਟ ਜਾਂ ਫਿਗਰਸ ਨੇ ਉਹਨਾਂ ਨੂੰ ਸਾਹਮਣੇ ਰੱਖਦੀ ਆ ਤੁਹਾਡੇ, ਤੇ ਅਸੀਂ ਗੱਲਬਾਤ ਬਹੁਤ ਹੀ ਠੇਠ ਸ਼ਬਦਾਂ ਦੇ ਵਿੱਚ ਕਰਾਂਗੇ ਤਾਂ ਕਿ ਲੋਕਾਂ ਨੂੰ ਜਾਂ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਆ ਉਹਨੂੰ ਇਹ ਗੱਲਾਂ ਬਾਤਾਂ ਉਹਨਾਂ ਨੂੰ ਸਮਝ ਆ ਸਕਣ। ਜਪਿੰਦਰ ਬਾਈ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਮੈਂ ਇਹ ਵੀ ਦੱਸਦਾ ਵੀ ਬਾਈ ਜੀ ਪੱਤਰਕਾਰ ਨੇ ਜੀ, ਬਹੁਤ ਪੁਰਾਣੇ ਪੱਤਰਕਾਰ ਨੇ, ਮਸ਼ਹੂਰ ਪੱਤਰਕਾਰ ਨੇ। ਥੈਂਕ ਯੂ। ਤੁਸੀਂ ਬਾਈ ਜੀ ਕਿਤਾਬ ਲਿਖੀ, ਹਾਲਾਂਕਿ ਤੁਹਾਡੀਆਂ ਪਹਿਲਾਂ ਵੀ 4-5 ਕਿਤਾਬਾਂ ਆਈਆਂ, 6ਵੀਂ ਕਿਤਾਬ ਹੈ ਜੀ। ਬਿਲਕੁਲ। ਇਹ ਮਤਲਬ ਕਿਵੇਂ ਸੋਚ ਕੇ ਵੀ ਕਿਤਾਬ ਕਿਹੜੇ ਪਾਸੇ ਤੋਂ, ਹਾਲਾਂਕਿ ਸਭ ਨੂੰ ਪਤਾ ਹੈਗਾ ਪਰ ਪਿੰਡ ਵਾਲਿਆਂ ਨੂੰ ਹੋ ਸਕਦਾ ਘੱਟ ਪਤਾ ਹੋਵੇ ਵੀ ਤੁਸੀਂ ਇਨਵੈਸਟੀਗੇਸ਼ਨ ਜਰਨਲਿਜ਼ਮ ਕਰਦੇ ਹੋ, ਮੈਂ ਚੀਜ਼ਾਂ ਲੱਭ ਕੇ ਲੈ ਕੇ ਆਉਣੇ ਹੋ। ਜੀ ਜੀ। ਇਹ ਤੁਹਾਡਾ ਵਿਚਾਰ ਕਿਵੇਂ ਆਇਆ ਵੀ ਸਿੱਧੂ ਦੇ ਉੱਤੇ ਜਾਂ ਸ਼ੁਭ ਦੇ ਉੱਤੇ ਵੀ ਕਿਤਾਬ ਕਿਉਂ, ਤੁਸੀਂ ਕਿਉਂ ਲਿਖੋ? ਹਾਂਜੀ, ਬਿਲਕੁਲ, ਬਹੁਤ ਅਹਿਮ ਸਵਾਲ ਹੈ। ਇਹ ਮੇਰੀ 6ਵੀਂ ਬੁੱਕ ਹੈ ਜਿਵੇਂ ਤੁਸੀਂ ਦੱਸਿਆ, ਐਂਡ ਇਸ ਤੋਂ ਪਹਿਲਾਂ ਮੈਂ ਜੱਸੀ ਆਨਰ ਕਿਲਿੰਗ, ਜੋ ਕੈਨੇਡੀਅਨ ਕੁੜੀ ਦਾ ਬਹੁਤ ਹੀ ਦਰਦਨਾਕ ਤਰੀਕੇ ਨਾਲ ਉਸ ਦੀ ਹੱਤਿਆ ਹੋਈ ਸੀਗੀ,
ਭਗਤ ਸਿੰਘ ਜੀ ਦੀ ਪਿਸਤੌਲ ਮੈਂ ਲੱਭੀ ਸੀਗੀ 2016-17 ਦੇ ਵਿੱਚ। ਪਿਸਤੌਲ 80 ਸਾਲਾਂ ਤੋਂ ਗੁੰਮੀ ਹੋਈ ਸੀ। ਤੋਂ ਉਹਨਾਂ ਦੋਵਾਂ ਇਨਸੀਡੈਂਟਸ ਤੋਂ ਮੈਨੂੰ ਬੁੱਕ ਲਿਖਣ ਦਾ ਥੋੜਾ ਐਕਸਪੀਰੀਅੰਸ ਸੀਗਾ। ਐਂਡ ਮੇਰੀਆਂ ਬਾਕੀ ਬੁੱਕਸ ਨੇ, ਕੁਝ ਕਵਿਤਾਵਾਂ ਦੀਆਂ ਨੇ, ਸ਼ਾਰਟ ਸਟੋਰੀਜ਼ ਦੀਆਂ ਨੇ, ਜੋ ਪੰਜਾਬੀ ਹਿੰਦੀ 'ਚ ਵੀ ਟਰਾਂਸਲੇਟ ਹੋਈਆਂ ਨੇ। ਸਿੱਧੂ ਮੂਸੇਵਾਲਾ ਜੀ ਦਾ ਜਿਸ ਦਿਨ ਕਿਲਿੰਗ ਹੁੰਦੀ ਹੈਗੀ ਆ, ਉਸ ਦਿਨ ਮੇਰਾ ਆਫ ਸੀਗਾ। ਤੇ ਜਿਵੇਂ ਹੀ ਮੈਨੂੰ ਉਸਦੀ ਮੈਂ ਬਠਿੰਡੇ 2 ਸਾਲ ਜੌਬ ਕੀਤੀ ਹੈ ਤਾਂ ਮੈਨੂੰ ਕਿਸੇ ਸੋਰਸ ਦਾ ਫੋਨ ਆਇਆ ਤਾਂ ਮੈਂ ਯਕੀਨ ਨਹੀਂ ਕੀਤਾ ਜੀ। ਮੈਂ ਕਿਹਾ ਨਹੀਂ ਯਾਰ, ਤੁਸੀਂ ਇੱਕ ਵਾਰੀ ਦੁਬਾਰਾ ਚੈੱਕ ਕਰੋ, ਆਪਾਂ ਇਹਨੂੰ ਐਵੇਂ ਨਹੀਂ ਚਲਾ ਸਕਦੇ ਹੈਗੇ। ਸੋ ਸਾਡੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਫਿਰ ਕਨਫਰਮ ਕੀਤਾ, ਫਿਰ ਸਭ ਕਿਤੇ ਹੋ ਗਿਆ। ਤੋ ਉਹ ਬਹੁਤ ਦਿਲ ਦਹਿਲਾਨ ਦੇਣ ਵਾਲਾ ਇਨਸੀਡੈਂਟ ਸੀਗਾ ਜੀ। ਐਂਡ ਹਾਲਾਂਕਿ ਮੈਨੂੰ 25 ਸਾਲ ਦਾ ਐਕਸਪੀਰੀਅੰਸ ਹੈ ਕ੍ਰਾਈਮ ਰਿਪੋਰਟਿੰਗ ਦਾ। ਮੈਂ ਜੰਮੂ ਕਸ਼ਮੀਰ ਵੀ ਟੈਰਰਿਜ਼ਮ ਦੇਖਿਆ, ਪੰਜਾਬ ਦਾ ਜਿਹੜਾ ਘਟਦਾ ਹੋਇਆ ਟੈਰਰਿਜ਼ਮ ਦੇ ਵਿੱਚ ਮੇਰੀ ਜਰਨਲਿਜ਼ਮ ਮੇਰਾ ਸ਼ੁਰੂ ਹੋਇਆ ਸੀਗਾ। ਜੀ। ਸੋ ਮੈਨੂੰ ਇਹ ਲੱਗਦਾ ਸੀ ਕਿ ਕੋਈ ਚੀਜ਼ ਮੇਰੇ ਦਿਲ ਨੂੰ ਹਿਲਾ ਨਹੀਂ ਸਕਦੀ ਹੈਗੀ, ਪਰ ਇਸ ਨੇ ਜਿੰਨੇ ਮਤਲਬ 30 ਗੋਲੀਆਂ ਬਰਸਾਈਆਂ ਜਾਣ ਤੇ ਇੰਨੇ ਦਿਨ ਦਿਹਾੜੇ ਮਾਰਿਆ ਜਾਵੇ, ਜਿਹੜੇ ਬੰਦੇ ਦਾ ਮਤਲਬ ਸਭ ਨੂੰ ਪਤਾ ਸੀ ਕਿ ਇਸ ਤੇ ਸਿਕਿਉਰਿਟੀ ਥ੍ਰੈਟ ਹੈਗਾ। ਸੋ ਜਦੋਂ ਉਸ ਨੂੰ ਹੌਲੀ ਇਨਵੈਸਟੀਗੇਸ਼ਨ ਆਪਾਂ ਸਾਰੇ ਫੋਲੋ ਕਰਦੇ ਰਹੇ ਤਾਂ ਅਸੀਂ ਵੀ ਕਰਦੇ ਰਹੇ। ਤੇ ਟ੍ਰਿਬਿਊਨ ਦੇ ਵਿੱਚ ਅਸੀਂ ਇਸ ਨੂੰ ਹਾਫ ਪੇਜ ਜਾਂ ਫੁੱਲ ਪੇਜ ਪੂਰਾ ਵੱਡੇ ਇਨਸੀਡੈਂਟ ਨੂੰ ਅਸੀਂ ਡਿਸਕ੍ਰਾਈਬ ਕਰਦੇ ਹਾਂ। ਉਹ ਲਿਖਦੇ ਹੋਏ ਮੈਨੂੰ ਲੱਗਿਆ ਕਿ ਯਾਰ ਇਹ ਸ਼ਖਸੀਅਤ ਬਹੁਤ ਡੀਪ ਸੀਗੀ। ਹਾਂਜੀ। ਹਨਾ, ਇਹ ਸਿਰਫ ਇੱਕ ਗੈਂਗ ਵਾਰ ਜਿਵੇਂ ਕਿਹਾ ਜਾ ਰਿਹਾ, ਇਹ ਸਿਰਫ ਗੈਂਗ ਵਾਰ ਨਹੀਂ ਲੱਗਦੀ, ਇੱਕ ਸਿੰਪਲ ਕ੍ਰਾਈਮ ਨਹੀਂ ਹੈ ਜੀ। ਇਹਦੇ ਬੜੇ ਫੈਕਟਰਸ ਨੇ। ਮੂਸੇਵਾਲਾ ਦੀ ਸਿੰਗਰ ਨੂੰ ਜਾਣਨਾ ਪਏਗਾ, ਮੂਸੇਵਾਲਾ ਦੀ ਪਰਸਨ ਨੂੰ ਵੀ ਜਾਣਨਾ ਪਏਗਾ, ਜਿਹਦੇ ਲਈ ਅਖਬਾਰ ਦਾ 1 ਪੇਜ 2 ਪੇਜ 4 ਪੇਜ ਘੱਟ ਪੈਂਦੇ ਨੇ। ਸੋ ਜੋ ਮੇਰਾ ਪਿਛਲਾ ਐਕਸਪੀਰੀਅੰਸ ਹੈ ਕਿਤਾਬ ਦਾ, ਤੇ ਮੈਨੂੰ ਲੱਗਾ ਕਿ ਕਿਤਾਬ ਨਾਲ ਹੀ ਮੈਂ ਜਸਟਿਸ ਕਰ ਸਕਦਾ। ਮੈਂ ਤੁਹਾਡੇ ਵਾਂਗ ਇੰਟਰਵਿਊਜ਼ ਨਹੀਂ ਕਰ ਸਕਦਾ, ਉਹ ਮੇਰੀ ਐਕਸਪਰਟਿਜ਼ ਨਹੀਂ ਹੈ। ਮੈਂ ਡਾਕੂਮੈਂਟਰੀਜ਼ ਫਿਲਮਸ ਨਹੀਂ ਬਣਾ ਸਕਦਾ ਹੈਗਾ, ਮੈਂ ਕਿਤਾਬ ਲਿਖ ਸਕਦਾ ਸੀ। ਸੋ ਮੈਂ ਉੱਥੋਂ ਇਸ ਨੂੰ ਲਿਖਣਾ ਸ਼ੁਰੂ ਕੀਤਾ। ਤੋ ਜੋ ਵੀ ਮੈਨੂੰ ਮੈਟਰ ਇਹਨਾਂ ਦਾ ਆਨਲਾਈਨ ਮਿਲਿਆ, ਮੈਂ ਉਸ ਸਾਰਿਆਂ ਨੂੰ ਇਕੱਠਾ ਕੀਤਾ। ਬਹੁਤ ਕੁਝ ਸਕੈਟਰ ਪਿਆ ਇੰਟਰਨੈਟ ਤੇ, ਬਹੁਤ ਸਾਰੀ ਚੀਜ਼ਾਂ, ਜਿਵੇਂ ਆਪਣੀ ਗੱਲ ਹੋ ਰਹੀ ਸੀ, ਮੈਨੂੰ ਉਸ ਦਾ ਐਕਸੈਸ ਨਹੀਂ ਸੀ। ਮੈਂ ਜਿਸ ਨੂੰ ਵੀ ਮਿਲ ਪਾਇਆ ਮੈਂ ਮਿਲਿਆ, ਇਹਦੇ ਬਾਰੇ ਲਿਖਿਆ। ਤੇ ਫਿਰ ਮੇਰੀ ਖੁਸ਼ਕਿਸਮਤੀ ਸੀ, ਨਾਰਮਲੀ ਰਾਈਟਰਸ ਨੂੰ ਪਬਲਿਸ਼ਰਸ ਲੱਭਣੇ ਪੈਂਦੇ ਨੇ ਤੇ ਪਬਲਿਸ਼ਰ ਕੋਈ ਪੈਸੇ ਵੀ ਨਹੀਂ ਦਿੰਦੇ ਹੈਗੇ। ਸੋ ਇਹਦੇ ਵਿੱਚ ਪਬਲਿਸ਼ਰ ਵੈਸਟਲੈਂਡ ਦੇ, ਉਹ ਉਹਨਾਂ ਨੇ ਇੰਟਰਸਟ ਦਿਖਾਇਆ। ਇੱਕ ਜਯਾ ਭੱਟਾਚਾਰਜੀ ਰੋਜ਼ ਨੇ, ਮੇਰੀ ਲਿਟਰੇਰੀ ਏਜੰਟ ਆ ਉਹ, ਉਹਨਾਂ ਦੀ ਇਸ ਲਿਟਰੇਰੀ ਕੰਸਲਟੈਂਸੀ ਹੈ। ਸੋ ਉਹਨਾਂ ਨੇ ਬਹੁਤ ਹਿੰਮਤ ਦਿਖਾਈ। ਜੀ। ਇਨਫੈਕਟ ਮੈਂ ਤਾਂ ਇੱਕ ਜਰਨਲਿਸਟ ਹਾਂ, ਮੈਂ ਤਾਂ ਲਿਖ ਹੀ ਰਿਹਾ ਨਾ, ਜੇ ਕੋਈ ਨਹੀਂ ਛਾਪੇਗਾ ਮੈਂ ਸੈਲਫ ਪਬਲਿਸ਼ ਕਰ ਦਾਂਗਾ। ਜੀ। ਸੋ ਉਹਨਾਂ ਨੇ ਹਿੰਮਤ ਦਿਖਾਈ ਇਹਦੇ ਵਿੱਚ, ਐਂਡ ਬੜਾ ਉਹਨਾਂ ਦਾ ਮੈਂ ਥੈਂਕਫੁਲ ਹੈਗਾ, ਕਿਉਂਕਿ 2 ਪਬਲਿਸ਼ਰਸ ਨੇ ਰਿਜ਼ਰਵੇਸ਼ਨ ਸ਼ੋ ਕੀਤੀ ਸੀ। ਜੀ। ਉਹਨਾਂ ਨੂੰ ਲੱਗਿਆ ਕਿ ਯਾਰ ਇਹ ਬਹੁਤ ਪੰਗੇ ਵਾਲਾ ਕੰਮ ਹੈ। ਤੋ ਮਤਲਬ ਮੰਨੇ ਹੋਏ ਪਬਲਿਸ਼ਰਸ ਨੇ। ਸੋ ਇਸ ਕਰਕੇ ਇਹ ਐਵੇਂ ਫਿਰ ਬਣੇ। ਫਿਰ ਸਾਡਾ ਹੋਇਆ ਕਿ ਅਸੀਂ ਇਸ ਤੇ ਇੱਕ ਕੁਇਕ ਬੁੱਕ ਕਰੀਏ, ਕਿਉਂਕਿ ਮੈਂ ਇਸ ਮੂਸੇਵਾਲਾ ਜੀ ਨੂੰ ਪਹਿਲਾਂ ਕਦੀ ਨਹੀਂ ਮਿਲਿਆ। ਜੀ। ਰਾਈਟ, ਮੈਂ ਉਹਨਾਂ ਦੀ ਕਦੀ ਇੰਟਰਵਿਊ ਨਹੀਂ ਕੀਤੀ। ਮੈਂ ਉਹਨਾਂ ਤੇ ਜੋ ਕੰਟਰੋਵਰਸੀਜ਼ ਸੀਗੀਆਂ, ਜਿਹੜੇ ਕੇਸ ਕੁਛ ਰਜਿਸਟਰ ਹੋਏ, ਜੋ ਚੰਡੀਗੜ੍ਹ ਹੈੱਡਕੁਆਟਰ ਤੋਂ ਰਿਪੋਰਟ ਹੋ ਸਕਦਾ ਸੀ, ਮੈਂ ਉਹ ਕੀਤਾ। ਅਖਬਾਰ 'ਚ ਰਿਪੋਰਟ ਕਰਦੇ? ਮੈਂ ਸਿਰਫ ਅਖਬਾਰ 'ਚ ਰਿਪੋਰਟ ਕੀਤਾ। ਮੈਂ ਉਹਨੂੰ ਕਦੀ ਵੀ ਨਹੀਂ ਮਿਲਿਆ। ਮੈਂ ਬਹੁਤ ਘੱਟ ਗਾਣੇ ਉਹਨਾਂ ਦੇ ਸੁਣੇ। ਜੀ। ਜੇ ਕੋਈ ਗਾਣਾ ਕਾਰ ਤੇ ਰੇਡੀਓ ਤੇ ਪਲੇ ਹੋ ਗਿਆ ਤਾਂ ਉਹ ਮੈਂ ਸੁਣਿਆ। ਸੋ ਮੈਂ ਜਿਮ ਵਿੱਚ ਅਸੀਂ ਜਾਂਦੇ ਸੀ, ਉੱਥੇ ਗਾਣੇ ਉਹਨਾਂ ਦੇ ਹੁੰਦੇ ਸੀ, ਮਤਲਬ ਉਹਨਾਂ ਦੇ ਗਾਣੇ ਤਾਂ ਉਹਨੂੰ ਸੁਣਦੇ ਰਹਿੰਦੇ ਸੀ। ਪਰ ਸਮਝਣ ਵਾਲੀ ਗੱਲ ਮੈਂ ਬਾਅਦ ਵਿੱਚ ਪਹੁੰਚਿਆ ਹੈਗਾ ਉਸ ਦੇ ਉੱਤੇ। ਸੋ ਮੇਰੀ ਬੇਸਿਕਲੀ ਐਂਟਰੀ ਹੁੰਦੀ ਹੈ ਮਰਡਰ ਵਾਲੇ ਦਿਨ ਹੀ। ਸੋ ਇਹ ਕਿਤਾਬ ਵੀ ਉੱਥੋਂ ਹੀ ਸ਼ੁਰੂ ਹੁੰਦੀ ਹੈ, ਮਰਡਰ ਵਾਲੇ ਤੋਂ। ਤਾਂ ਉੱਥੋਂ ਫਿਰ ਮੈਂ ਪਿੱਛੇ ਜਾਂਦਾ, ਉਹਨਾਂ ਦੀ ਲਾਈਫ ਨੂੰ ਜਿੰਨਾ ਵੀ ਮੈਂ ਲਿਮਿਟਿਡ ਟਾਈਮ ਦੇ ਵਿੱਚ ਐਕਸਪਲੇਨ ਕਰ ਸਕਿਆ, ਮੈਂ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਹ ਕਿਤਾਬ ਦੇ ਵਿੱਚ ਮੈਂ ਪੰਜਾਬ ਦੇ ਹਾਲਾਤ ਵੀ ਕਰਨ ਦੀ ਕੋਸ਼ਿਸ਼ ਕੀਤੀ। ਮਾਨਸਾ ਕੀ ਹੈ, ਜਿੱਥੋਂ ਮਾਨਸਾ ਤੋਂ ਉੱਠੇ ਨੇ, ਜਿਹੜੇ ਮਾਨਸਾ ਨੂੰ ਉਹ ਵਰਲਡ ਮੈਪ ਤੇ ਲੈ ਗਏ ਨੇ, ਉਸ ਮਾਨਸਾ ਦੀ ਕੀ ਵੈਲਿਊ ਹੈ, ਉੱਥੋਂ ਦੇ ਜਿਹੜੇ ਲੋਕਾਂ ਦੇ, ਮਾਨਸਾ ਬਠਿੰਡਾ ਦੇ ਵਿੱਚ ਰੈਜ਼ਿਸਟੈਂਸ ਪਾਵਰ ਹੈ। ਜੇ ਤੁਸੀਂ ਅਲ ਬਰੂਨੀ ਦੀ ਕਿਤਾਬ ਪੜ੍ਹੋ ਜਾਂ ਮੁਗਲਾਂ ਦੇ ਟਾਈਮ ਦਾ ਇੰਡੀਆ ਦੇਖੋ, ਤਾਂ ਪੰਜਾਬ ਦੇ ਵਿੱਚ ਜਾਂ ਨਾਰਥ ਇੰਡੀਆ ਦੇ ਦਿੱਲੀ ਤੋਂ ਬਾਅਦ ਜੇ ਕੋਈ ਸ਼ਹਿਰ ਹੈ ਤਾਂ ਉਹ ਬਠਿੰਡਾ ਸੀਗਾ। ਹੋਰ ਮੈਪ ਵਿੱਚ ਕੋਈ ਸ਼ਹਿਰ ਨਹੀਂ ਹੈ। ਜਿਹੜੇ ਵੀ ਇਨਵੇਡਰ ਸੀ ਉਹ ਬਠਿੰਡੇ, ਸਤਲੁਜ ਦੇ ਕੰਢੇ, ਜਦੋਂ ਸਤਲੁਜ ਇੱਧਰੋਂ ਜਾਂਦਾ ਸੀ, ਇਹ ਇੱਧਰੋਂ ਆਉਂਦੇ ਸੀ। ਪਹਾੜਾਂ ਨੂੰ ਤਾਂ ਬਹੁਤ ਦੇਰ ਬਾਅਦ ਕ੍ਰਾਸ ਕਰਨਾ ਸ਼ੁਰੂ ਕੀਤਾ। ਸੋ ਇੱਥੇ ਲੋਕਾਂ 'ਚ ਰੈਜ਼ਿਸਟੈਂਸ ਹੈ। ਇਹ ਉਹ ਲੋਕ ਨੇ ਜਿਨ੍ਹਾਂ ਦੇ ਟਿੱਬੇ ਰੇਗਿਸਤਾਨੀ ਸੈਂਡ ਨੂੰ ਵੀ ਰੋਕਦੇ ਨੇ। ਸੋ ਉਹਨੂੰ ਪੰਜਾਬ ਦੀ ਜਿਹੜੀ ਫਰਟਾਈਲ ਲੈਂਡ ਉੱਥੇ ਨਹੀਂ ਜਾਂਦੇ। ਸੋ ਮੈਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਜਿਹੜੇ ਮੂਸੇਵਾਲਾ ਜੀ ਹੋਣਾ ਨੇ ਸ਼ਬਦ ਯੂਜ਼ ਕੀਤੇ, ਉਹ ਆਪਣੇ ਲੋਕ ਗੀਤਾਂ 'ਚ ਨੇ, ਕੁਛ ਆਪਣੀ ਗੁਰਬਾਣੀ 'ਚ ਵੀ ਨੇ। ਸੋ ਉੱਥੋਂ ਪਿਕ ਕਰਕੇ ਉਹਨਾਂ ਦਾ ਕੀ ਮੀਨਿੰਗ ਸੀ, ਮਤਲਬ ਜਿੰਨਾ ਵੀ ਮੇਰਾ ਲਿਮਿਟਿਡ ਸੀਗਾ, ਮੈਂ ਉਹਦੇ ਸਮਝਣ ਦੀ ਕੋਸ਼ਿਸ਼ ਕਰਕੇ ਇੱਕੋ ਇੱਕ ਬੁੱਕ ਕੀਤੀ ਹੈ। ਜੀ। ਜਿਵੇਂ ਹੁਣ
ਇਹਦੇ ਚ 200 ਪੰਨੇ ਦੀ ਇਹ ਕਿਤਾਬ ਆ, 16-17 ਭਾਗਾਂ ਦੇ ਵਿੱਚ ਤੁਸੀਂ ਇਹ 17 ਕਿਤਾਬ ਸਾਰੀ 17 ਭਾਗਾਂ ਦੇ ਵਿੱਚ ਤੁਸੀਂ ਵੰਡੀ ਹੋਈ ਆ। ਮਤਲਬ ਤੁਸੀਂ ਜੇ ਆਪਾਂ ਠੇਠ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਦੱਸਣਾਗਾ, ਤੁਸੀਂ ਕੀ ਲੱਭਿਆਗਾ? ਜਿਵੇਂ ਬਹੁਤ ਵੱਡੇ ਲੋਕਾਂ ਵੱਲੋਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਤੱਕ ਕਹਿ ਦਿੱਤਾ ਗਿਆ ਵੀ ਗੈਂਗਸਟਰ ਨਾਲ ਉਸ ਹਿਸਾਬ ਨਾਲ ਤਾਲੁਕ ਆ, ਜਾਂ ਉਸ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਵੀ ਕੀ ਉਹ ਨੌਜਵਾਨ ਕਲਾਕਾਰ ਸੀ, ਕੀ ਉਹ ਨੌਜਵਾਨ ਰਾਜਨੀਤਿਕ ਆਗੂ ਸੀ, ਕੀ ਉਹ ਨੌਜਵਾਨ ਇਹ ਚਾਹੁੰਦਾ ਸੀ ਵੀ ਮੈਂ ਆਪਣੇ ਸਮਾਜ ਨੂੰ ਜਾਂ ਆਪਣੇ ਖਿੱਤੇ ਦੇ ਲੋਕਾਂ ਨੂੰ ਉਹ ਬਦਲਾਵ ਦੇਵਾਂ ਜਿਹਨੂੰ ਕਹਿੰਦੇ ਆ ਵੀ ਅਸੀਂ ਵਧੀਆ ਚੰਗਾ ਭਵਿੱਖ ਆਪਦੇ ਬੱਚਿਆਂ ਦਾ, ਆਉਣ ਵਾਲੀਆਂ ਪਨੀਰੀਆਂ ਦਾ। ਤੁਸੀਂ ਕੀ ਸਮਝਿਆ ਮਤਲਬ? ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਬਿਕੋਜ਼ ਇਹ ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਕਿਤਾਬ ਆਈ ਹੈ, 1 ਸਾਲ ਬਾਅਦ ਆਈ ਹੈ, ਤੇ ਕੇਸ ਸਬ ਜੁਡਿਸ ਹੈਗਾ ਜੀ। ਸੋ ਜਰਨਲਿਸਟ ਤੁਸੀਂ ਵੀ ਸਮਝਦੇ ਹੋ ਕਿ ਆਪਣੀ ਕੁਝ ਲਿਮਿਟੇਸ਼ਨਸ ਹੁੰਦੀਆਂ ਲੀਗਲ, ਜਿਸ ਕਰਕੇ ਆਪਾਂ ਡਾਇਰੈਕਟ ਗੱਲ ਨਹੀਂ ਕਰ ਸਕਦੇ। ਪਰ ਜਿਹੜੇ ਲੋਕ ਇਸ ਕੇਸ ਨੂੰ ਥੋੜਾ ਬਹੁਤ ਵੀ ਸਮਝਦੇ ਨੇ, ਸਿੱਧੂ ਮੂਸੇਵਾਲਾ ਨੂੰ ਜਾਣਦੇ ਨੇ, ਉਹ ਬਿਟਵੀਨ ਦੀ ਲਾਈਨ ਸਮਝ ਜਾਣਗੇ ਕਿ ਮੈਂ ਕੀ ਗੱਲ ਕਹਿ ਰਿਹਾ ਹੈਗਾ। ਸਭ ਤੋਂ ਮੋਟੀ ਗੱਲ ਇਹ ਹੈ ਕਿ ਜੋ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਕਹਾਣੀ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੋ ਕੇ ਲਾਰੈਂਸ ਬਿਸ਼ਨੋਈ ਤੇ ਖਤਮ ਹੋ ਗਈ, ਇਹ ਮੇਰਾ ਬਿਲਕੁਲ ਯਕੀਨ ਨਹੀਂ ਹੈਗਾ ਜੀ। ਕਿਉਂਕਿ ਸਿੱਧੂ ਮੂਸੇਵਾਲਾ ਨੂੰ ਅੱਜ ਤੱਕ ਇਹ ਕੋਈ ਪ੍ਰੂਵ ਨਹੀਂ ਕਰ ਪਾਇਆ ਕਿ ਉਹ ਖੁਦ ਗੈਂਗਸਟਰਸ ਨਾਲ ਇਨਵੋਲਵ ਸੀਗਾ। ਜਿਹੜੀ ਉਹਨਾਂ ਦੀ ਕੰਟਰੋਵਰਸੀਜ਼ ਸੀਗੀਆਂ ਉਹਦੇ ਵਿੱਚ ਹੋ ਸਕਦਾ ਉਹਨਾਂ ਦਾ ਉੱਠਣ ਬੈਠਣ ਦੀਆਂ ਗੱਲਾਂ ਹੋ ਸਕਦੀਆਂ ਨੇ, ਪਰ ਕੀ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਸੀਗਾ, ਇਹ ਕਿਤੇ ਨਹੀਂ ਆਇਆ ਜੀ। ਨਾ ਇਹ ਆਫ ਦੀ ਰੈਕਰਡ ਆਇਆ, ਨਾ ਇਹ ਔਨ ਦੀ ਰੈਕਰਡ ਆਇਆ। ਤੇ ਜੇ ਆਪਾਂ ਇਹ ਕਹੀਏ ਕਿ ਪਹਿਲਾਂ ਕਾਂਗਰਸ ਸਰਕਾਰ ਸੀਗੀ ਤੇ ਉਦੋਂ ਪੁਲਿਸ ਸਿੱਧੂ ਮੂਸੇਵਾਲੇ ਦੀ ਹੈਲਪ ਕਰਦੀ ਸੀ, ਤਾਂ ਉਹੀ ਪੁਲਿਸ ਸੀ ਜਿਸਨੇ ਉਹਨਾਂ ਦੇ 4 ਕੇਸ ਵੀ ਕੀਤੇ ਨੇ। ਤੇ ਹੁਣ ਤਾਂ ਸਾਲ ਹੋ ਗਿਆ ਸਰਕਾਰ ਚੇਂਜ ਹੋਈ ਨੂੰ, ਜੇ ਉਹਨਾਂ ਦਾ ਕੋਈ ਗੈਂਗਸਟਰਸ ਦੇ ਨਾਲ ਕੁਝ ਐਦਾਂ ਦਾ ਤਾਲੁਕ ਸੀ। ਦੇਖੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਗੈਂਗਸਟਰਸ ਦਾ ਬਹੁਤ ਇਨਫਲੂਐਂਸ ਹੈ। ਜੋ 1990 ਦੀ ਮੁੰਬਈ ਮਾਫੀਆ ਸੀਗਾ, ਅੰਡਰਵਰਲਡ ਸੀਗਾ, ਉਹੀ ਮਿਊਜ਼ਿਕ ਇੰਡਸਟਰੀ ਵਿੱਚ ਹੈ, ਉਹੀ ਹੁਣ ਪੰਜਾਬ ਚੱਲ ਰਿਹਾ। ਸੋ ਇੱਕ ਸਿੱਧੂ ਮੂਸੇਵਾਲਾ ਵਰਗਾ ਲੜਕਾ ਜਿਸ ਨੇ ਗਾਣਾ ਸ਼ੁਰੂ ਕਰਦਾ ਹੈ ਤੇ ਉਹਦੀ ਫੈਮਿਲੀ 'ਚ ਕਿਸੇ ਨੇ ਗਾਇਆ ਨਹੀਂ ਹੈ, ਉਹਨੂੰ ਕੋਈ ਬੈਕਿੰਗ ਨਹੀਂ ਹੈ, ਉਸਦਾ ਕੋਈ ਐਕਸਪੀਰੀਅੰਸ ਨਹੀਂ ਹੈ, ਤੇ ਉਸ ਨੂੰ ਕਿਵੇਂ ਵਿਕਟਿਮਾਈਜ਼ ਕੀਤਾ ਜਾਂਦਾ ਹੈਗਾ? ਉਹਨੂੰ ਮੇਰੇ ਖਿਆਲ ਡੇਲੀ ਵਿਕਟਿਮਾਈਜ਼ ਕੀਤਾ ਜਾਂਦਾ ਸੀ, ਕਾਪੀ ਰਾਈਟਸ ਹੁੰਦੇ ਸੀ। ਮੇਰੀ ਵੀ ਪਹਿਲੀ ਕਿਤਾਬ ਤੇ ਮੇਰੇ ਨਾਲ ਇਦਾਂ ਦਾ ਕੰਟਰੈਕਟ ਕੀਤਾ ਗਿਆ ਕਿ ਮੈਂ ਉਸ ਚੋਂ ਨਿਕਲ ਹੀ ਨਹੀਂ ਪਾਇਆ। ਸੋ ਮੈਂ ਅੰਡਰਸਟੈਂਡ ਕਰਦਾ ਕਿ ਸਿੱਧੂ ਮੂਸੇਵਾਲੇ ਨੂੰ ਪਹਿਲੇ ਕੰਟਰੈਕਟ ਤੇ ਜਿਹੜੀ ਉਹਨਾਂ ਦੀ ਕੰਟਰੋਵਰਸੀ ਹੋਈ, ਧੱਕਾ ਹੋਇਆ। ਹਾਂ, ਸਾਰਾ ਇੰਟੈਲੈਕਚੁਅਲ ਪ੍ਰਾਪਰਟੀ ਤਾਂ ਤੁਹਾਡੀ ਹੈ, ਸਾਰਾ ਗਾਣਾ ਇਹਨਾਂ ਦਾ ਜੀ, ਹੈਨਾ। ਹੁਣ ਉਸ ਗਾਣੇ 'ਚ ਕਿਸੇ ਨੇ ਮਿਊਜ਼ਿਕ ਵੀ ਇਹਨਾਂ ਦਾ ਖੁਦ ਦਾ ਹੀ ਸੀ, ਚਲੋ ਜੇ ਕਿਸੇ ਦਾ ਨਾਂ ਆ ਗਿਆ ਤਾਂ ਉਹ, ਪਰ ਇੰਟੈਲੈਕਚੁਅਲ ਪ੍ਰਾਪਰਟੀ ਤਾਂ ਮੂਸੇਵਾਲਾ ਦੀ ਹੈ ਨਾ। ਸੋ ਐਦਾਂ ਦੇ ਸਿੰਗਰ ਨੂੰ ਇੰਨੀ ਦੇਰ ਸਰਵਾਈਵ ਕਰ ਗਏ, ਇਹ ਵੀ ਇਹਨਾਂ ਦੀ ਮਹਾਨਤਾ ਹੈ ਕਿ ਉਹ ਸਰਵਾਈਵ ਕਰ ਗਏ ਉਸ ਦੇ ਵਿੱਚ। ਇੱਕ ਗੱਲ ਜੋ ਮੈਂ ਸਪੈਸ਼ਲ ਨੋਟ ਕੀਤੀ ਤੇ ਮੇਰੇ ਨਾਲ ਬਹੁਤ ਜ਼ਿਆਦਾ ਮਾਹਿਰਾਂ ਨੇ ਵੀ ਇਸ ਨੂੰ ਡਿਸਕਸ ਕੀਤਾ, ਉਹਨਾਂ ਨੇ ਸ਼ੇਅਰ ਕੀਤਾ ਕਿ ਮੂਸੇਵਾਲਾ ਦਾ ਜਿਹੜੇ ਪਹਿਲੇ ਸੌਂਗ ਸੀਗੇ ਉਹ ਗੈਲਰੀ ਲਈ ਸੀਗੇ। ਜੀ, ਸ਼ੁਰੂਆਤ ਤਾਂ ਬੰਦਾ ਆਪਣੇ ਦਿਲ ਦੇ ਸੌਂਗਸ ਲਈ ਕਰਦਾ, ਫਿਰ ਆਪਾਂ ਹੌਲੀ ਹੌਲੀ ਜਿਹੜੇ ਸੌਂਗਸ ਜ਼ਿਆਦਾ ਚੱਲਦੇ ਨੇ ਉਹੀ ਪਲੇ ਕਰਾਂਗੇ। ਜੀ, ਜੇ ਤੁਸੀਂ ਉਹਨਾਂ ਦੇ ਲਾਈਵ ਸ਼ੋਜ਼ ਦੇਖੋ, ਉਹਦੇ ਵਿੱਚ ਵੀ ਜਦੋਂ ਆਪਣੀ ਦਿਲ ਦੀਆਂ ਗੱਲਾਂ ਕਰਦੇ ਸੀ ਤਾਂ ਆਡੀਅנס ਚੁੱਪ ਕਰ ਜਾਂਦੀ ਸੀ। ਉਹਨਾਂ ਨੇ ਕਿਹਾ ਵੀ ਹੈ ਵੀ ਯਾਰ ਹੁਣ ਮੈਂ ਸਿਆਣੀ ਗੱਲ ਕਰਨ ਲੱਗਿਆ ਤੇ ਤੁਸੀਂ ਚੁੱਪ ਕਰ ਗਏ ਹੋ। ਤੇ ਜਦੋਂ ਉਹ ਆਪਣੇ ਫਿਰ ਉਸ ਰੂਪ ਚ ਆਉਂਦੇ ਸੀਗੇ, ਲੈਜੈਂਡ ਵਾਲੇ ਰੂਪ ਵਿੱਚ ਤੇ ਉਹਨੂੰ ਗੁੱਸੇ ਵਾਲੇ ਰੂਪ ਦੇ ਵਿੱਚ, ਤਾਂ ਫਿਰ ਲੋਕ ਤਾਲੀਆਂ ਮਾਰਦੇ ਸੀ। ਸੋ ਹੀ ਵਾਸ ਪਲੇਇੰਗ ਟੂ ਦੀ ਗੈਲਰੀ। ਪਰ ਇਹ ਲੋਕ ਮੰਨਦੇ ਨੇ ਕਿ 295 ਵਰਗਾ ਸੌਂਗ ਜਾਂ ਇਸ ਤੋਂ ਪਹਿਲੇ 1-2 ਸੌਂਗਸ ਨੇ, ਉਸ ਦੇ ਵਿੱਚ ਉਹ ਇੱਕ ਥ੍ਰੈਸ਼ਹੋਲਡ ਆਫ ਮੈਚੋਰਿਟੀ ਤੇ ਸੀ, ਇੱਕ ਇਹੋ ਜਿਹੀ ਥਾਂ ਤੇ ਸੀ ਜਿੱਥੇ ਮੂਸੇਵਾਲਾ ਇੱਕ ਚੇਂਜ ਲਿਆ ਸਕਦਾ ਸੀ। ਜੀ, he could have changed anything, ਇੱਕ ਆਈਡੀਓਲੋਜੀ ਦੀ ਤਰਫ ਸੀਗਾ। ਸੋ ਉਸ ਟਾਈਮ ਉਹਨਾਂ ਦਾ ਮਾਰਿਆ ਜਾਣਾ, ਮਤਲਬ ਬਿਲਕੁਲ ਜਦੋਂ ਬੰਦਾ ਉਸ ਜਗ੍ਹਾ ਤੇ ਪਹੁੰਚ ਗਿਆ, ਉਸ ਮੰਜ਼ਿਲ ਤੇ ਪਹੁੰਚ ਗਿਆ ਜਿੱਥੇ ਉਹ ਬਹੁਤ ਵੱਡਾ ਬਦਲਾਵ ਲਿਆ ਸਕਦਾ, ਇੰਨੇ ਫਾਲੋਅਰਸ, ਇੰਨਾ ਕੁਝ। ਖਾਸ ਕਰਕੇ ਜਦੋਂ ਉਹ ਚੋਣ ਹਾਰਦੇ ਨੇ ਉਸ ਤੋਂ ਬਾਅਦ ਸਕੇਪਗੋਟ ਗਾਣੇ ਦਾ, ਹਾਂ, ਵੀ ਉਹ ਸੱਚ ਕਹੇ ਜਾਂ ਸੱਚ, ਜਾਂ ਉਸ ਚੀਜ਼ ਨੂੰ, ਯਾ ਉਹਨਾਂ ਦੀ ਇਲੈਕਸ਼ਨ ਵੀ ਦੇਖੋ, ਮੂਸੇਵਾਲਾ ਪੋਲੀਟੀਸ਼ੀਅਨ ਨਹੀਂ ਸੀਗਾ ਜੀ, ਤਾਂ ਮੂਸੇਵਾਲਾ ਨੂੰ ਦ ਪੋਲੀਟੀਸ਼ੀਅਨ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੀ ਨਹੀਂ ਹੈਗੀ। ਤੇ ਨਾਲੇ ਉਸ ਟਾਈਮ ਹਵਾ ਕੁਝ ਹੋਰ ਚੱਲ ਰਹੀ ਸੀਗੀ ਜੋ ਮੈਨੂੰ ਲੱਗਦਾ ਹੈ। ਐਂਡ ਹੋ ਸਕਦਾ ਹੈ ਲੋਕਾਂ ਨੂੰ ਯਕੀਨ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਬੜੇ ਅੱਛੇ ਪਲਾਨ ਸੀਗੇ, ਕੈਂਸਰ ਹਸਪੀਟਲ ਦਾ ਪਲਾਨ ਸੀਗਾ, ਦੂਜੇ ਪਲਾਨ ਸੀਗੇ ਜੀ। ਇੱਕ ਮੈਂ ਜ਼ਿਕਰ ਕਰਨਾ ਚਾਹੂੰਗਾ, ਪਹਿਲਾਂ ਹੀ ਮੈਂ ਉਹਦਾ ਜ਼ਿਕਰ ਕਰ ਦਿੰਦਾ ਵੀ ਇਹ ਕਿਤਾਬ ਦੇ ਵਿੱਚ ਜਿਹੜਾ ਇੱਕ ਭਾਗ ਆ ਤੁਹਾਡਾ, ਖਾਸ ਕਰਕੇ ਜੋ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੁੰਦਾ ਹੈ ਉਸ ਨੂੰ ਲੈ ਕੇ, ਉਹਦਾ ਪੱਤਰਕਾਰ ਦੇ ਤੌਰ ਤੇ ਤੁਸੀਂ ਕ੍ਰਾਈਮ ਨੂੰ ਪੜ੍ਹਦੇ ਹੋ, ਕ੍ਰਾਈਮ ਨੂੰ ਲਿਖਦੇ ਹੋ, ਕ੍ਰਾਈਮ ਦੀ ਇਨਵੈਸਟੀਗੇਸ਼ਨ ਕਰਦੇ ਹੋ, ਫਿਰ ਉਹ ਕਾਗਜ਼ ਦੇ ਉੱਤੇ ਆਉਂਦਾ ਗਾ,
ਉਹ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਉਸ ਨੂੰ ਲੈ ਕੇ ਆਪਾਂ ਕਹਿ ਦਈਏ ਵੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ, ਚੰਡੀਗੜ੍ਹ ਦੇ ਫਲੈਟਾਂ ਦੇ ਵਿੱਚ ਗੱਲਾਂ ਹੁੰਦੀਆਂ ਤਾਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਉਦੋਂ ਵੀ ਜ਼ਿਆਦਾ ਡੂੰਘਾਈ ਨਾਲ ਗੱਲ ਹੋ ਰਹੀ ਆ। ਬਿਲਕੁਲ ਸਹੀ, ਚਰਚਾ ਦਾ ਵਿਸ਼ਾ ਜਾਂ ਬੋਲੀ ਦਾ ਹਾਵ ਭਾਵ ਬਦਲਿਆ ਹੋ ਸਕਦਾਗਾ, ਪਰ ਉਹ ਚਰਚਾ ਹੈਗੀ ਉਨੀ ਹੀ ਡੂੰਘੀ ਹੈ ਜਿਹੜੀ ਇੱਥੇ ਹੋ ਰਹੀ ਆ ਵੱਡੇ ਆਪਾਂ ਕਹਿ ਦਈਏ ਵੀ ਪੈਂਟ ਹਾਊਸਾਂ ਦੇ ਵਿੱਚ। ਤਾਂ ਕੀ ਤੁਹਾਨੂੰ ਲੱਗਦਾਗਾ ਵੀ ਉਹ ਜਿਹੜੀ ਇੰਟਰਵਿਊ ਹੋਈ ਆ ਜਾਂ ਉਹ ਇੰਟਰਵਿਊ ਕਿਵੇਂ ਹੋਈ ਆ, ਕਿਉਂ ਹੋਈ ਆ, ਉਹਦਾ ਤੁਸੀਂ ਕੁਝ ਦੱਸਣਾ ਚਾਹੋਗੇ? ਇਨਫੈਕਟ ਨਾ ਮੈਂ ਉਸ ਇੰਟਰਵਿਊ ਲਈ ਬੜਾ ਥੈਂਕਫੁਲ ਹਾਂ ਜੀ। ਜਿਹੜੀ ਮੇਰੀ ਥਿਊਰੀ ਸੀਗੀ ਨਾ ਕਿ ਇਹ ਲਾਰੈਂਸ ਬਿਸ਼ਨੋਈ ਨੂੰ ਸਿਰਫ ਯੂਜ਼ ਕੀਤਾ ਗਿਆ ਹੈ, ਉਹ ਉਸ ਇੰਟਰਵਿਊ ਨੇ ਪ੍ਰੂਵ ਕਰ ਦਿੱਤੀ ਜੀ। ਕਿਸੇ ਵੀ ਪੰਜਾਬ ਦੇ ਪ੍ਰਿਜ਼ਨਰ ਅੰਡਰ ਟ੍ਰਾਇਲ ਦੀ ਇੰਟਰਵਿਊ ਮੈਂ ਤਾਂ ਹੋਰ ਦੇਖੀ ਨਹੀਂ, ਸਿਰਫ ਲਾਰੈਂਸ ਬਿਸ਼ਨੋਈ ਦੀ ਹੋਈ ਹੈ। ਮੈਨੂੰ ਨਹੀਂ ਯਾਦ ਆਉਂਦਾ, ਮੈਂ ਕਈਆਂ ਦੀ ਕਈ ਵਾਰ ਟਰਾਈ ਕੀਤੀ ਆਫੀਸ਼ੀਅਲ ਇੰਟਰਵਿਊ, ਲਾਰੈਂਸ ਬਿਸ਼ਨੋਈ ਦੇ ਨਹੀਂ, ਕੁਝ ਹੋਰ ਪ੍ਰਿਜ਼ਨਰਸ ਦੀ ਮੈਨੂੰ ਕਦੀ ਪਰਮਿਸ਼ਨ ਨਹੀਂ ਮਿਲੀ, ਨਾ ਮੈਨੂੰ ਐਕਸੈਸ ਮਿਲਿਆ ਜੀ, ਨਾ ਮੈਨੂੰ ਕਦੀ ਜੇਲ੍ਹ ਚੋਂ ਕਿਸੇ ਦਾ ਫੋਨ ਆਇਆ। ਤੁਸੀਂ ਕਰਨਾ ਭਾਈ। ਹਾਂ, ਸੋ ਉਹਦੇ ਵਿੱਚ ਉਹਦੀ ਜਿਹੜੀ ਇੰਟਰਵਿਊ ਹੋਣੀ, ਇੱਕ ਨਹੀਂ ਦੋ ਇੰਟਰਵਿਊ ਹੋਣੀਆਂ। ਉਹਦੀ ਟਾਈਮਿੰਗ ਮਾਰਚ ਜਦੋਂ ਉਹਨਾਂ ਦੀ ਪਹਿਲੀ ਬਰਸੀ ਦਾ ਉਹਦੇ ਆਪਾਂ ਉਹਨਾਂ ਨੂੰ ਯਾਦ ਕਰਨਾ ਸੀਗਾ, ਉਸ ਤੋਂ ਇਮੀਡੀਏਟਲੀ ਪਹਿਲਾਂ ਆਉਂਦੀ ਹੈਗੀ ਹੈ। ਅੰਮ੍ਰਿਤਪਾਲ ਤੇ ਕ੍ਰੈਕਡਾਊਨ ਵੀ ਉਦੋਂ ਹੀ ਹੁੰਦਾ ਹੈਗਾ। ਸੋ ਉਹ ਜਿਹੜੀ ਬੈਕ ਟੂ ਬੈਕ ਇੰਟਰਵਿਊ ਸੀ, ਉਹ ਇਹ ਗੱਲ ਪ੍ਰੂਵ ਕਰਦੀ ਹੈ ਕਿ ਕੁਝ ਫੋਰਸਿਸ ਨੇ ਜਿਹੜੀਆਂ ਲਾਰੈਂਸ ਬਿਸ਼ਨੋਈ ਨੂੰ ਹੈਲਪ ਕਰ ਰਹੀਆਂ ਨੇ ਜੀ। ਉਹ ਕੌਣ ਨੇ ਫੋਰਸਿਸ? ਉਹ ਫੋਰਸਿਸ ਮੀਡੀਆ ਵਿੱਚ ਨਹੀਂ ਹੋ ਸਕਦੀਆਂ। ਦੇਖੋ, ਮੀਡੀਆ ਪਰਸਨ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਜੇ ਉਸ ਨੂੰ ਇੰਟਰਵਿਊ ਮਿਲ ਜਾਂਦੀ ਹੈ, ਉਹ ਇੰਟਰਵਿਊ ਕਿਵੇਂ ਕੰਡਕਟ ਕਰਦਾ ਹੈ ਉਹ ਸੈਪਰੇਟ ਟੌਪਿਕ ਹੋ ਗਿਆ, ਹੈ ਨਾ। ਉਹਦੇ ਕਿੱਦਾਂ ਦੇ ਸਵਾਲ ਹੁੰਦੇ ਨੇ, ਉਹ ਡਿਕਟੇਟਡ ਸਵਾਲ ਪੁੱਛ ਰਿਹਾ ਜਾਂ ਆਪਣੇ ਸਵਾਲ ਪੁੱਛ ਰਿਹਾ ਹੈਗਾ। ਸੋ ਪਰ ਇੰਟਰਵਿਊ ਜੇ ਮੈਨੂੰ ਵੀ ਮਿਲੇਗੀ, ਤੁਹਾਨੂੰ ਵੀ ਮਿਲੇਗੀ, ਆਪਾਂ ਇੰਟਰਵਿਊ ਕਰਾਂਗੇ, ਪਰ ਹੋ ਸਕਦਾ ਆਪਾਂ ਆਪਣੇ ਢੰਗ ਨਾਲ ਕਰੀਏ ਜੀ। ਤਾਂ ਉਹ ਬੜੇ ਸੀਨੀਅਰ ਜਰਨਲਿਸਟ ਨੇ, ਜਿੰਨਾ ਪੱਤਰਕਾਰ ਤੇ ਡਿਪੈਂਡ ਕਰਦਾ ਵੀ ਤੁਸੀਂ ਜੀ ਉਹਨਾਂ ਦੇ ਸਿਸਟਮ ਦੀਆਂ ਸ਼ਰਤਾਂ ਤੇ ਜਾਣਾਗਾ, ਸਾਹਮਣੇ ਵਾਲੇ ਦੀਆਂ ਸ਼ਰਤਾਂ ਤੇ ਜਾਣਾ ਕਿ ਤੁਸੀਂ ਆਪਣੀ ਉਸ ਤੇ ਜਾਣਾ। ਮੈਂ ਤਾਂ ਆਪਣੀ ਸ਼ਰਤਾਂ ਤੇ ਜਾਊਂਗਾ, ਨਹੀਂ ਤਾਂ ਮੈਂ ਨਹੀਂ ਕਰਾਂਗਾ ਜੀ। ਇਟਸ ਬੈਟਰ ਟੂ ਮਿਸ ਦੈਨ ਟੂ ਫੀਲ ਸੌਰੀ, ਹੈ ਨਾ ਜੀ। ਕਿਉਂਕਿ ਆਪਣਾ ਮੇਨ ਜਿਹੜਾ ਇੱਕ ਬੈਰੋਮੀਟਰ ਹੈ ਨਾ, ਉਹ ਲੋਕਾਂ ਦਾ ਪਿਆਰ ਹੈ, ਰੀਡਰਸ ਦਾ ਪਿਆਰ ਹੈ ਜੀ। ਉਹ ਮੇਨ ਗੱਲ ਹੁੰਦੀ ਹੈਗੀ। ਸੋ ਐਨੀ ਹਾਊ ਉਸ ਇੰਟਰਵਿਊ ਨੂੰ ਕਿਵੇਂ ਹੋ ਗਈ? ਉਹ ਇੰਟਰਵਿਊ ਜੇਲ੍ਹ ਦੇ ਵਿੱਚ ਹੋ ਹੀ ਨਹੀਂ ਸਕਦੀ। ਮੈਂ ਬਠਿੰਡੇ ਉਸ ਜੇਲ੍ਹ 'ਚ ਗਿਆ, ਮੈਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਹੜੇ ਇਨਮੇਟਸ ਨੇ ਉਹਨਾਂ ਨੂੰ ਸ਼ਤਰੰਜ ਸਿਖਾਉਣ ਦਾ, ਤਾਂ ਕਿ ਉਹਨਾਂ ਦਾ ਟਾਈਮ ਕਿਸੇ ਚੰਗੇ ਪੋਜ਼ਿਟਿਵ ਵਾਲੇ ਪਾਸੇ ਜਾਵੇ। ਅਮਰੀਕਾ USA ਦੇ ਵਿੱਚ ਬੜੇ ਪ੍ਰੋਜੈਕਟ ਚੱਲਦੇ ਨੇ ਕਿ ਕੈਦੀਆਂ ਨੂੰ ਸ਼ਤਰੰਜ ਸਿਖਾਈ ਜਾਵੇ, ਤਾਂ ਕਿ ਉਹਨਾਂ ਨੂੰ ਜਿਹੜੀ ਜ਼ਿੰਦਗੀ ਦੀ ਗਲਤੀਆਂ ਉਹਨਾਂ ਦਾ ਅਹਿਸਾਸ ਹੋਵੇ ਕਿ ਛੋਟੀ ਜਿਹੀ ਗਲਤੀ ਕਿੰਨੀ ਮਹਿੰਗੀ ਪੈ ਸਕਦੀ ਹੈ। ਉਹ ਕੋਵਿਡ ਕਰਕੇ ਪ੍ਰੋਜੈਕਟ ਮੇਰਾ ਅੱਗੇ ਨਹੀਂ ਚੱਲਿਆ। ਸੋ ਉਸ ਸਿਕਿਉਰਿਟੀ ਜੇਲ੍ਹ 'ਚ ਮੈਂ ਗਿਆ ਹੋਇਆ, ਉੱਥੇ ਕੋਈ ਮੋਬਾਈਲ ਨੈਟਵਰਕ ਨਹੀਂ ਚੱਲਦਾ, ਉੱਥੇ ਹਮੇਸ਼ਾ ਬੈਕਗਰਾਊਂਡ ਨੋਇਸ ਹੈ, ਉੱਥੇ ਇੰਨੀ ਵਧੀਆ ਲਾਈਟਿੰਗ ਨਹੀਂ ਹੈ ਜੋ ਉਸਦੇ ਵਿੱਚ ਸ਼ੋਅ ਹੋ ਰਹੀ ਹੈ, ਜੋ ਇੰਟਰਵਿਊ ਦੇ ਸ਼ੋਅ ਹੋ ਰਹੀ ਹੈ। ਇਹ 3-4 ਫੈਕਟਰਸ ਨੇ ਜਿਹੜੇ ਜੇਲ੍ਹ 'ਚੋਂ ਇੰਟਰਵਿਊ ਇੰਪੋਸੀਬਲ ਹੈ। ਜਾਂ ਫਿਰ ਉੱਥੇ ਸਪੈਸ਼ਲ ਕੋਈ ਉਹਨਾਂ ਨੇ ਅਰੇਂਜਮੈਂਟ ਕੀਤਾ ਗਿਆ, ਜਾਂ ਫਿਰ ਉਹ ਜੇਲ੍ਹ ਤੋਂ ਬਾਹਰ ਕੀਤਾ ਗਿਆ। ਸਭ ਤੋਂ ਵੱਡੀ ਗੱਲ, ਅੱਜ ਉਸ ਇੰਟਰਵਿਊ ਨੂੰ 3 ਮਹੀਨੇ ਹੋਣ ਵਾਲੇ ਨੇ, ਹਜੇ ਤੱਕ ਪੰਜਾਬ ਪੁਲਿਸ ਦੀ ਇਨਕੁਆਇਰੀ ਨਹੀਂ ਕੰਪਲੀਟ ਹੋਈ, ਜਿਹੜੀ 15 ਦਿਨ 'ਚ ਕਰਨੀ ਸੀ ਜੀ। ਤੁਸੀਂ ਸਿਸਟਮ ਦਾ ਮਜ਼ਾਕ ਦੇਖੋ। ਇਨਕੁਆਇਰੀ ਕੰਪਲੀਟ ਹੋਣਾ ਵੀ ਬਹੁਤ ਵੱਡੀ ਗੱਲ ਹੈ। ਹਜੇ ਤੱਕ ਲਾਰੈਂਸ ਬਿਸ਼ਨੋਈ ਦੀ ਕੁਐਸਚਨਿੰਗ ਹੀ ਨਹੀਂ ਹੋਈ। ਉਹ ਕੋਈ ਕਾਨੂੰਨ ਤੋਂ ਭੱਜਿਆ ਹੋਇਆ ਨਹੀਂ ਹੈ। ਉਹ ਕਹਿੰਦੇ ਨੇ ਜੀ ਕਿ ਉਹਨੂੰ ਗੁਜਰਾਤ ਪੁਲਿਸ ਲੈ ਗਈ, ਫਿਰ NIA ਪੁਲਿਸ ਲੈ ਗਈ, ਪੁਲਿਸ ਕਹਿੰਦੀ ਹੈ। ਸੋ ਗੁਜਰਾਤ ਤੇ NIA ਕਿਹੜਾ ਪਾਕਿਸਤਾਨ 'ਚ ਨੇ? ਤੁਸੀਂ ਤਿਹਾੜ ਜੇਲ੍ਹ 2 ਬੰਦੇ ਭੇਜ ਕੇ ਉਸ ਤੋਂ ਪੁੱਛੋ ਵੀ ਯਾਰ ਤੂੰ ਇਹ ਇੰਟਰਵਿਊ ਕਿੱਥੇ ਦਿੱਤੀ ਹੈਗੀ ਹੈ। ਇਹਦਾ ਮਤਲਬ ਜਾਂ ਤਾਂ ਤੁਸੀਂ ਡਰ ਰਹੇ ਹੋ ਉਸ ਤੋਂ, ਵੀ ਤੁਸੀਂ ਪ੍ਰਸ਼ਨ ਤਾਂ ਪੁੱਛੋ। ਹਾਂ, ਪਬਲਿਕ ਨੂੰ ਇਹ ਸਵਾਲ ਤਾਂ ਤੁਹਾਨੂੰ ਦੇਣਾ, ਇਸ ਦਾ ਜਵਾਬ ਤੁਹਾਨੂੰ ਦੇਣਾ ਪਏਗਾ। ਇਹ ਨਹੀਂ ਹੋ ਸਕਦਾ ਵੀ ਤੁਸੀਂ ਉਹਦੇ ਬਾਰੇ ਚੁੱਪ ਰਹੋਗੇ ਹਮੇਸ਼ਾ ਨਾ ਜੀ। ਸੋ ਇਹ ਤੁਹਾਨੂੰ ਉਹਨੂੰ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਉਹ ਇੰਟਰਵਿਊ ਬਹੁਤ ਕੁਝ ਪ੍ਰੂਵ ਕਰਦੀ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕੁਝ ਹੈਲਪ ਹੋਈ ਹੈ, ਕੋਈ ਹੋਰ ਤਾਕਤਾਂ ਸੀ ਸਾਰੇ ਉਸਦੇ ਪਿੱਛੇ। ਐਂਡ ਫਿਰ ਇੱਕ ਹੋਰ ਵੀ ਖਬਰ ਆਈਆਂ ਕਿ ਲਾਰੈਂਸ ਬਿਸ਼ਨੋਈ ਹੁਣ ਭਗਤ ਸਿੰਘ ਦੀਆਂ ਟੀ-ਸ਼ਰਟਸ ਪਾਣੀਆਂ ਚਾਹੁੰਦਾ ਹੈ ਤੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੇ ਉਹਨੂੰ ਮਨਾ ਕਰ ਦਿੱਤਾ। ਸੋ ਮੈਨੂੰ ਲੱਗ ਰਿਹਾ ਹੈ ਕਿ ਇੱਕ ਐਫਰਟ ਕੀਤਾ ਜਾ ਰਿਹਾ ਹੈਗਾ ਕਿ ਇਮੇਜ ਬਿਲਡਿੰਗ ਦਾ ਜੀ, ਕਿ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਉਸਨੇ ਕਿੰਨੀ ਵਾਰੀ ਧਮਕੀ ਦੇ ਦਿੱਤੀ ਤੇ ਉਹਨੂੰ ਅਲਾਉ ਕੀਤਾ ਜਾ ਰਿਹਾ ਧਮਕੀ ਦੇਣ ਦੇ ਲਈ। ਸੋ ਇਹ ਮੇਰੀ ਕਿਤਾਬ ਇਹੀ ਸਵਾਲ ਚੱਕਦੀ ਹੈ। ਐਟ ਦੀ ਸੇਮ ਟਾਈਮ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਮੈਂ ਇੱਕ ਇਨਸਾਨ ਦੇ ਤੌਰ ਤੇ ਵੀ ਦੇਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਕੋਈ ਜੰਮਿਆ ਦਾ ਗੈਂਗਸਟਰ ਹੁੰਦਾ ਨਹੀਂ ਜੀ। ਹੁਣ ਲਾਰੈਂਸ ਬਿਸ਼ਨੋਈ ਦੇ ਵੀ 100 ਏਕੜ ਪਲੱਸ ਲੈਂਡ ਹੈ। ਚੰਡੀਗੜ੍ਹ ਉਹ ਪੜ੍ਹਨ ਆਇਆ ਸੀ, ਸਟੂਡੈਂਟ ਪੋਲਿਟਿਕਸ 'ਚੋਂ ਐਂਟਰ ਹੋ ਗਿਆ, ਉੱਥੇ ਲੜਾਈ ਝਗੜਾ ਹੋ ਗਿਆ। ਤੁਹਾਡਾ ਵੀ ਕਾਲਜ 'ਚ ਹੋਇਆ ਹੋਣਾ, ਮੇਰਾ ਵੀ ਹੋਇਆ ਹੋਣਾ। ਸੋ ਉਸ ਝਗੜੇ ਦੇ ਉੱਤੋਂ ਤੁਸੀਂ ਉਸਨੂੰ ਜਦੋਂ ਉਸ ਤੇ FIR ਕਰਦੇ ਹੋ, ਤੇ FIR ਤੇ ਸਿਸਟਮ ਦੀ, ਪੁਲਿਸ ਦੀ ਕੋਈ ਸੈਂਸਿਟੀਵਿਟੀ ਨਹੀਂ ਹੈ, ਕਾਲਜ ਅਥਾਰਟੀਜ਼ ਦੀ ਵੀ ਕੋਈ ਸੈਂਸਿਟੀਵਿਟੀ, ਉਹਨੂੰ ਸਿੱਧਾ ਵੱਡੀਆਂ ਜੇਲ੍ਹਾਂ 'ਚ ਭੇਜ ਦਿੱਤਾ ਜਾਂਦਾ ਜਿੱਥੇ ਉਹ ਯੂਨੀਵਰਸਿਟੀ ਆਫ ਕ੍ਰਾਈਮ 'ਚ ਇੰਟਰੋਡਿਊਸ ਹੋ ਗਿਆ।
ਸੋ ਇਹ ਮੇਰੀ ਜਿਹੜੀ ਕਿਤਾਬ ਹੈ ਸਵਾਲ ਚੱਕਦੀ ਹੈ ਕਿ ਆਪਾਂ ਫਿਊਚਰ 'ਚ ਇੱਕ ਆਮ ਸਟੂਡੈਂਟ ਨੂੰ ਲਾਰੈਂਸ ਬਿਸ਼ਨੋਈ ਬਣਨ ਤੋਂ ਕਿਵੇਂ ਰੋਕਾਂਗੇ ਜੀ। ਸੋ ਇਹ ਵੀ ਆਪਣਾ ਸਵਾਲ ਹੈਗਾ ਇਹਦੇ ਵਿੱਚ। ਜਿਵੇਂ ਮਾਣੂ ਕੁੱਸਾ ਹੈ, ਜਗਰੂਪ ਰੂਪਾ ਹੈ, ਉਹਨਾਂ ਦੇ ਵੀ ਆਪਣੀਆਂ ਕਹਾਣੀਆਂ ਨੇ। ਹਾਲਾਂਕਿ ਉਹਨਾਂ ਨੇ ਜੋ ਕ੍ਰਾਈਮ ਕੀਤਾ ਉਹਦੀ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹੈ ਜੀ। ਤੇ ਬਾਕੀਆਂ ਨੂੰ ਵੀ ਮਿਲੇਗੀ ਤੇ ਮਿਲਣੀ ਚਾਹੀਦੀ ਵੀ ਹੈ। ਪਰ ਹਰ ਕੋਈ ਇਨਸਾਨ ਹੈ, ਹਰ ਕੋਈ ਕਿਸੇ ਨਾ ਕਿਸੇ ਮਾਂ ਪਿਓ ਦਾ ਬੱਚਾ ਹੈਗਾ। ਤੋ ਉਹਨਾਂ ਨੂੰ ਹਿਊਮਨਾਈਜ਼ ਤੌਰ ਤੇ ਦੇਖਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਫਿਊਚਰ 'ਚ ਪ੍ਰੀਵੈਂਟ ਕਰੀਏ ਇਸ ਚੀਜ਼ ਨੂੰ। ਜਿਵੇਂ ਤੁਸੀਂ ਇਹ ਕਿਤਾਬ ਲਿਖਦੇ ਬਹੁਤ ਵੱਡੇ ਅਫਸਰਾਂ ਨੂੰ ਮਿਲੇ ਹੋਵੋਗੇ, ਬਹੁਤ ਸਾਰੀਆਂ ਚੀਜ਼ਾਂ ਲੱਭੀਆਂ ਹੋਣਗੀਆਂ, ਤੁਹਾਡੀ ਉਹ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਵੀ ਜਿਹੜਾ ਉਹਨਾਂ ਨੂੰ ਇਹ ਸਾਰਾ ਮੂਸੇਵਾਲੇ ਦੇ ਕਤਲ ਤੋਂ ਬਾਅਦ ਇੰਟਰੋਗੇਟ ਕੀਤਾ ਗਿਆ, ਕਿ ਉਹ ਉਸ ਹੱਦ ਤੱਕ ਦਾ ਸੀ ਜਾਂ ਉਹ ਨੌਜਵਾਨਾਂ ਨੇ, ਚਾਹੇ ਉਹ ਲਾਰੈਂਸ ਬਿਸ਼ਨੋਈ ਹੋਵੇ ਜਾਂ ਕੋਈ ਉਹ ਜਿਹੜੇ ਸ਼ੂਟਰ ਫੜੇ ਗਏ ਆ ਉਹ ਹੋਣ, ਵੀ ਉਹਨਾਂ ਨੇ ਪੁਲਿਸ ਕੋਲੇ ਕੀ ਮੰਨਿਆ ਜਾਂ ਕੀ ਦੱਸਿਆ ਉਹਨਾਂ ਨੇ? ਜਿਹੜੇ ਗੈਂਗਸਟਰ ਦੀ ਇਨਵੈਸਟੀਗੇਸ਼ਨ ਹੋਈ ਹੈ ਉਹ ਤਾਂ ਆਪਣੇ ਉਸ ਸਟੇਟਮੈਂਟ ਨਾਲ ਹੀ ਸਟਿਕ ਕਰ ਰਹੇ ਨੇ ਕਿ ਅਸੀਂ ਇਸ ਦਾ ਗੁਰਲਾਲ ਅਤੇ ਵਿੱਕੀ ਮਿੱਡੂ ਖੇੜਾ ਦਾ ਜਿਵੇਂ ਹੀ ਮਤਲਬ ਪੁਲਿਸ ਦੀ ਸਾਰਾ ਕਹਾਣੀ ਗੋਲਡੀ ਬਰਾੜ ਦੀ ਇੰਟਰਵਿਊ ਤੇ ਉਹਦੀ ਜਿਹੜੀ ਸਟੇਟਮੈਂਟ ਹੈ ਰਿਸਪੌਂਸਿਬਿਲਟੀ ਲੈਣ, ਉਹ ਉੱਥੇ ਹੀ ਖੜੇ ਨੇ। ਉਸ ਤੋਂ ਬਾਅਦ ਉਹਨਾਂ ਦੇ ਬਾਕੀ ਤਾਂ ਲੌਜਿਸਟਿਕ ਗੱਲਾਂ ਨੇ। ਤੁਹਾਨੂੰ ਲੱਗਦਾ ਕੋਈ ਤਾਰ ਜੁੜਦੇ ਆ ਵੀ ਇਹਨਾਂ ਦਾ? ਜਿਵੇਂ ਹੁਣ ਬਹੁਤ ਲੋਕ ਚਰਚਾਵਾਂ ਚੱਲ ਪੈਂਦੀਆਂ ਹੈਗੀਆਂ, ਜਿਵੇਂ ਲਾਰੈਂਸ ਦਾ ਇੰਟਰਵਿਊ ਆਉਂਦਾ ਗਾ, ਉਹਦੇ ਵਿੱਚ ਲਾਰੈਂਸ ਬਹੁਤ ਸਾਰੀਆਂ ਗੱਲਾਂ ਕਰਦਾ ਗਾ ਜਿਹੜੀਆਂ ਕਈ ਲੋਕ ਨਹੀਂ ਮੰਨਦੇ ਤੇ ਕਈ ਮੰਨ ਰਹੇ ਨੇ। ਤਾਂ ਤੁਹਾਨੂੰ ਲੱਗਦਾ ਵੀ ਕਿਤੇ ਤਾਰ ਜੁੜਦੇ ਆ ਸ਼ੁਭਦੀਪ ਦੇ ਵੀ ਉਹਨਾਂ ਨਾਲ, ਕਿ ਉਹ ਕੋਈ ਵੀ ਨਹੀਂ, ਵੀ ਐਂ ਹੀ ਕੋਈ ਗੱਲ ਹੋ ਗਈ? ਕਿਸ ਦੇ ਤਾਰ? ਸੌਰੀ, ਵੀ ਗੈਂਗਸਟਰਾਂ ਨਾਲ, ਜਾਂ ਜਿਵੇਂ ਹੁਣ ਬਹੁਤ ਵੱਡੇ ਅਫਸਰਾਂ ਤੱਕ ਕਹਿਤਾ ਸੀਗਾ ਵੀ ਇਹ ਗੈਂਗਸਟਰਾਂ ਨਾਲ। ਮੈਂ ਸਾਰੇ ਅਫਸਰਾਂ ਨੂੰ ਨੌਜਵਾਨ ਦੀ ਜਿਹੜੀ ਇਮੇਜ ਦੀ ਆਪਾਂ ਗੱਲ ਕਰਦੇ ਵੀ ਇੱਕ ਪਾਸੇ ਉਹ ਸੁਪਰਸਟਾਰ ਆ, ਉਹਦੇ ਮਾਪੇ ਜਸਟਿਸ ਲਈ ਕਹਿ ਰਹੇ, ਉਹਦੇ ਮਾਪੇ ਇੱਥੋਂ ਤੱਕ ਕਹਿ ਰਹੇ ਵੀ ਜੇ ਸਾਡੇ ਪੁੱਤ ਦੇ ਖਿਲਾਫ ਕੁਝ ਹੈਗਾ ਸਾਨੂੰ ਉਹੀ ਦੇ ਦਿਓ, ਅਸੀਂ ਘਰੇ ਬੈਠ ਜਾਾਂਗੇ। ਮਤਲਬ ਉਹ ਕੋਈ ਲਾਈਨ ਜੁੜ ਰਹੀ ਹੈ, ਕੁਝ ਹੈ? ਕਿਸੇ ਵੀ ਪੁਲਿਸ ਅਫਸਰ ਨੇ ਔਨ ਦੀ ਰੈਕਰਡ, ਆਫ ਦੀ ਰੈਕਰਡ ਮੈਨੂੰ ਇਹ ਨਹੀਂ ਕਿਹਾ ਕਿ ਮੂਸੇਵਾਲਾ ਫਲਾਣੇ ਮਰਡਰ 'ਚ ਇਨਵੋਲਵ ਸੀ, ਮੂਸੇਵਾਲਾ ਐਕਟਿਵਲੀ ਉਹਦੇ ਸੀਗਾ। ਹੁਣ ਮੂਸੇਵਾਲਾ ਦਾ ਕੋਈ ਬੰਦਾ, ਜਿਵੇਂ ਮੈਨੇਜਰ ਸ਼ਗਨਪ੍ਰੀਤ ਦੀ ਗੱਲ ਹੋ ਰਹੀ ਹੈ, ਹਾਲਾਂਕਿ ਉਹ ਮੈਨੇਜਰ ਨਹੀਂ ਸੀ। ਹਾਲਾਂਕਿ ਉਹ ਮੈਨੇਜਰ ਵੀ ਨਹੀਂ ਸੀਗਾ। ਸੋ ਉਹਨਾਂ ਦੇ ਜਾਂ ਦੂਜਿਆਂ ਕਿਸੇ ਦੀ ਵੀ ਗੱਲ ਹੋ ਰਹੀ ਹੈ ਤਾਂ ਇਹ ਉਹਦੀ ਕੋਈ ਫੋਟੋ ਵੀ ਨਹੀਂ ਹੈ ਕਿਸੇ ਦੇ ਨਾਲ, ਮੈਨੂੰ ਕਿਸੇ ਨੇ ਫੋਟੋ ਵੀ ਨਹੀਂ ਦਿਖਾਈ ਹੈਗੀ। ਮਤਲਬ ਜੇ ਕੋਈ ਪਬਲਿਕ ਡੋਮੇਨ 'ਚ ਹੋਵੇ ਤਾਂ ਮੇਰੀ ਨੋਟਿਸ ਨਹੀਂ ਹੈਗੀ, ਪਰ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਹਾਂ ਮੂਸੇਵਾਲਾ ਖੁਦ ਗੈਂਗਸਟਰਿਜ਼ਮ ਵਿੱਚ ਇਨਵੋਲਵ ਸੀਗਾ। ਹਾਂ, ਇਹ ਜ਼ਰੂਰ ਹੋ ਸਕਦਾ ਉਹਨਾਂ ਨੇ ਮੈਨੂੰ ਕਿਹਾ ਕਿ ਮੂਸੇਵਾਲੇ ਨੂੰ ਕਿਸੇ ਨੇ ਪ੍ਰੋਟੈਕਟ ਕੀਤਾ ਹੋਵੇ, ਪਰ ਕੀ ਉਸਨੇ ਮੂਸੇਵਾਲਾ ਤੋਂ ਪੈਸੇ ਲੈ ਕੇ ਕੀਤਾ, ਇਹਦੀ ਵੀ ਕੋਈ ਗੱਲ ਨਹੀਂ ਹੈ। ਐਂਡ ਦੋ ਅਲੱਗ-ਅਲੱਗ ਸਰਕਾਰਾਂ ਦੇ ਟਾਈਮ ਦੀ ਇਨਵੈਸਟੀਗੇਸ਼ਨ ਹੈ, ਇੱਕ ਤਾਂ ਕਾਂਗਰਸ ਸਰਕਾਰ ਦੀ, ਇੱਕ ਆਮ ਆਦਮੀ ਪਾਰਟੀ ਦੀ। ਅਫਸਰ ਤਾਂ ਚਲੋ ਉਹੀ, ਹਾਂ, ਦਿੱਲੀ ਪੁਲਿਸ ਬੀਜੇਪੀ ਦੀ ਹੈ। ਸੋ ਉਹਨਾਂ ਦੀ ਆਪਣੀ ਇੰਡੀਪੈਂਡੈਂਟ ਇਨਕੁਆਇਰੀ, ਈਵਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ। ਉਹਨਾਂ ਨੇ ਇਹਦੇ 'ਚ ਰਿੰਦੇ ਦੀ ਇਨਵੋਲਵਮੈਂਟ ਹੈ ਕਿ ਉਸਨੇ ਵੈਪਨਸ ਉਸਨੇ ਭੇਜੇ ਸੀਗੇ। ਜਿਹੜੇ ਵੈਪਨ ਮਾਣੂ ਕੁੱਸਾ ਤੇ ਰੂਪਾ ਕੋਲ ਸੀ ਉਹ ਤਾਂ ਉਹਨਾਂ ਦੀ ਬੋਡੀਜ਼ ਦੇ ਨਾਲ ਰਿਕਵਰ ਹੋ ਗਏ ਜੀ, ਪਰ ਜਿਹੜੇ ਫੌਜੀ ਅੰਕਿਤ ਵਗੈਰਾ ਕੋਲ ਵੈਪਨ ਸੀ ਉਹ ਜੋਗਿੰਦਰ ਜੋਗਾ ਨਾਂ ਦੇ ਬੰਦੇ ਨੇ ਸਪਲਾਈ ਕੀਤੇ ਤੇ ਜੋਗਿੰਦਰ ਜੋਗਾ ਨੂੰ ਵਾਪਸ ਮਿਲ ਗਏ ਤੇ ਉਹ ਵੈਪਨ ਹਜੇ ਤੱਕ ਨਹੀਂ ਹੈ। ਮੈਂ ਤੇ ਤੁਹਾਨੂੰ ਮਾਫੀ ਚਾਹੂੰਗਾ, ਜਦੋਂ ਅਸੀਂ ਚਾਰਜ ਸ਼ੀਟ ਪੜ੍ਹਦੇ ਹਾਂ ਬਹੁਤ ਘੱਟ ਲੋਕਾਂ ਨੂੰ ਪੜਾਗਾ ਵੀ ਇਹ ਜੋਗਾ ਸਿੰਘ ਵੀ ਕੌਣ ਸੀ, ਜਾਂ ਉਹ ਜਿਵੇਂ ਜੰਮੂ ਤੋਂ ਸਾਰਾ ਸਿਸਟਮ ਉਹ ਹਨਾ ਵੀ ਅਸੀਂ ਚੀਜ਼ਾਂ ਦੇ ਵਿੱਚ ਆ, ਚਲੋ ਸਾਨੂੰ ਪਤਾ ਵੀ ਜਿਹੜਾ ਇਹ ਬੰਦੇ ਦਾ ਵੀ ਉਵੇਂ ਨਾਮ ਨਹੀਂ ਸਾਹਮਣੇ ਆਇਆ, ਵੀ ਇਹਦਾ ਤਾਂ ਪਤਾ ਕਰ ਲਓ ਵੀ ਇਹ ਕੌਣ ਸੀ। ਹਾਂ, ਉਹਦੇ ਬਹੁਤ ਘੱਟ ਜ਼ਿਕਰ ਹੋ ਗਿਆ। ਇਹ ਜੋਗਾ ਸਿੰਘ ਜਿਹਦਾ ਬਾਰੇ ਕਿਹਾ ਜਾਂਦਾ ਵੀ ਇਹ ਜਿਹੜਾ ਵੱਡਾ ਵੈਪਨ ਸੀ, ਜਿਹੜਾ ਆਪਾਂ ਕਹਿ ਦਈਏ ਵੀ ਈਜ਼ੀਲੀ ਨਹੀਂ ਕਿਸੇ ਕੋਲੇ, ਵੀ ਉਹਦਾ ਵੀ ਨਹੀਂ ਕਲੀਅਰ ਹੋਇਆ, ਨਾ ਹੀ ਉਹ ਵੈਪਨ ਦੀ ਗੱਲ ਆ। ਹੁਣ ਲੋਕਾਂ 'ਚ ਉਹ ਦੋ ਚਰਚਾਵਾਂ ਬਣੀਆਂ, ਜਿਹੜਾ ਮੀਡੀਆ ਨੇ ਇੱਕ ਟ੍ਰਾਇਲ ਚਲਾਤਾ ਵੀ ਉਹ 94 ਸੀ ਕਿ AK-47 ਸੀ। ਉਸ ਨੂੰ ਦੇਖ ਕੇ ਵੀ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਤਿੱਤਰ-ਬਿੱਤਰ ਹੋਇਆ ਵਾ? ਹਾਂ, ਐਕਚੁਅਲੀ ਇਨੀਸ਼ੀਅਲੀ ਨਾ ਚੰਡੀਗੜ੍ਹ ਪੁਲਿਸ ਦੇ ਵਿੱਚ ਜੋ ਹੈੱਡਕੁਆਰਟਰ ਦੇ ਵਿੱਚ ਅਤੇ ਕੁਝ ਆਫੀਸਰਸ ਜਿਹੜੇ ਐਂਟੀ ਗੈਂਗਸਟਰ ਐਕਟੀਵਿਟੀ ਵਿੱਚ ਸੀਗੇ, ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਇਹ 94 ਯੂਜ਼ ਹੋਈ ਹੈ। ਸੋ ਉਹਨਾਂ ਨੇ ਹੀ ਚੰਡੀਗੜ੍ਹ ਦੇ ਰਿਪੋਰਟਰਸ ਨੂੰ ਕਿਹਾ ਸੀ, ਮੈਂ ਵੀ ਲਿਖਿਆ ਹੈਗਾ, ਪਰ ਬਾਅਦ ਦੇ ਵਿੱਚ ਨੈਕਸਟ ਡੇ ਇਨਫੈਕਟ ਉਹ ਸ਼ਾਮ ਨੂੰ ਹੀ, ਰਾਤ ਨੂੰ ਹੀ ਕਲੈਰੀਫਾਈ ਹੋ ਗਿਆ ਸੀਗਾ ਕਿ ਇਹ 94 ਨਹੀਂ ਹੈ। ਹੁਣ ਉਹ ਕਲੈਰੀਫਾਈ ਜੈਨੂਇਨ ਸੀਗਾ ਜਾਂ ਉਹ ਕਲੈਰੀਫਿਕੇਸ਼ਨ ਕੀਤਾ ਗਿਆ ਹਨਾ, ਵੀ ਪਹਿਲਾਂ ਦੱਸਿਆ ਗਿਆ ਫਿਰ ਉਹਨੂੰ ਵਿਡਰਾਅ ਕੀਤਾ ਗਿਆ, ਦੱਸਿਆ ਵੀ ਆਫ ਦੀ ਰੈਕਰਡ ਸੀਗਾ ਤੇ ਵਿਡਰਾਅ ਵੀ ਆਫ ਦੀ ਰੈਕਰਡ ਸੀਗਾ। ਤੋ ਇਸ ਕਰਕੇ ਉਹਦੇ ਚ ਆਇਆ, ਜੇ ਤੁਸੀਂ ਦੇਖੋਗੇ ਵੀ ਇਨੀਸ਼ੀਅਲ ਮਰਡਰ ਦੀਆਂ ਜਿਹੜੀਆਂ ਸਾਡੀਆਂ ਆਨਲਾਈਨ ਖਬਰਾਂ ਚੱਲੀਆਂ ਸਭ ਦੀਆਂ, ਉਹਦੇ ਚ ਇਹ 94 ਆਇਆ। ਈਵਨ ਦਿੱਲੀ ਵੀ ਇਹੀ ਇਨਫੋਰਮੇਸ਼ਨ ਦਿੱਤੀ ਗਈ ਸੀ, ਪਰ ਬਾਅਦ ਦੇ ਵਿੱਚ ਸਵੇਰੇ ਜਿਹੜੇ ਅਖਬਾਰਾਂ ਛਪੀ ਉਹਦੇ ਵਿੱਚ ਅਸੀਂ ਅਸੌਲਟ ਰਾਈਫਲ ਹੀ ਯੂਜ਼ ਕੀਤਾ ਹੈ ਉਹਦੇ ਵਿੱਚ। ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਆਉਂਦਾਗਾ ਵੀ
ਉਹ ਜਿਹੜਾ ਜੋਗਾ ਸਿੰਘ ਸੀ ਉਹ ਕਿੱਥੋਂ ਤੇ ਕਿਵੇਂ ਕੀ ਲੈ ਕੇ ਆਇਆ ਹਾਂ, ਸੀ? ਉਹਦੇ ਬਾਰੇ ਬਹੁਤ ਘੱਟ ਇਨਫੋਰਮੇਸ਼ਨ ਅਵੇਲੇਬਲ ਹੈ। ਹੂੰ ਯੋਗਾ ਦੇ ਬਾਰੇ ਉਹਦਾ ਪੂਰਾ ਜ਼ਿਆਦਾ ਪੁਲਿਸ ਦੇ ਕੋਲ ਉਹਦੀ ਪ੍ਰੋਫਾਈਲਿੰਗ ਵੀ ਨਹੀਂ ਹੈ। ਹੂੰ ਉਹ ਇੱਕ ਅਨਦਰ ਐਸਪੈਕਟ ਹੈ ਹੂੰ ਜਿਸ ਨੂੰ ਮੈਂ ਡੈਫੀਨਿਟਲੀ ਸੈਕੰਡ ਐਡੀਸ਼ਨ ਚ ਲੈ ਕੇ ਆਵਾਂਗਾ। ਤੁਸੀਂ ਇਹਦਾ ਸੈਕੰਡ ਕਰੋਗੇ ਹਾਂਜੀ, ਜਿਵੇਂ ਜਿਵੇਂ ਕੇਸ ਅੱਗੇ ਵੱਧਦਾ ਹਾਂ, ਜਾਊਗਾ? ਇਹ ਬੁੱਕ ਹੁਣ ਇਹ ਬੁੱਕ ਇਸ ਵਕਤ 12 ਲੈਂਗੁਏਜਸ ਚ ਟਰਾਂਸਲੇਟ ਹੋ ਰਹੀ ਹੈ। ਇੱਕ ਇੰਗਲਿਸ਼ ਤਾਂ ਆ ਗਈ, ਇੰਡੀਆ ਦੀ 11 ਲੈਂਗੁਏਜਸ ਚ ਆ ਰਹੀ ਹੈ, ਉਰਦੂ ਚ ਵੀ ਆ ਰਹੀ ਹੈ। ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਪਰਸ਼ੀਅਨ ਸਕ੍ਰਿਪਟ ਚ ਵੀ ਲੈ ਕੇ ਆਈਏ, ਸੋ ਕਿ ਇਹ ਜਿਹੜੇ ਸਾਊਥ ਆਪਣੇ ਦੁਬਈ, ਪਾਕਿਸਤਾਨ, ਇਹਨਾਂ ਕੰਟਰੀਜ਼ ਦੇ ਵਿੱਚ ਵੀ ਬਹੁਤ ਡਿਮਾਂਡ ਆ ਰਹੀ ਹੈ ਬੁੱਕ ਦੀ। ਸਿੱਧੂ ਮੂਸੇਵਾਲਾ ਜੀ ਨੂੰ ਬਹੁਤ ਪਿਆਰ ਮਿਲਿਆ ਅਤੇ ਮਤਲਬ ਮੈਨੂੰ ਇਹ ਕਿ ਮੈਕਸਿਮਮ ਲੈਂਗੁਏਜਸ ਦੇ ਵਿੱਚ ਇਹ ਜਾਇਆ ਜਾਵੇ। ਸੋ ਮੈਂ ਜਦੋਂ ਕੰਟਰੈਕਟ ਕੀਤਾ ਤਾਂ ਮੇਰੀ ਇੱਛਾ ਸੀ ਕਿ ਫਟਾਫਟ ਪੰਜਾਬੀ ਚ ਆਵੇ, ਤੇ ਆਈ ਥਿੰਕ ਅਸੀਂ ਸ਼ਾਇਦ ਬਹੁਤ ਜਲਦੀ ਹੀ ਇਸ ਨੂੰ ਪੰਜਾਬੀ ਚ ਲਿਆਵਾਂਗੇ। ਨਾਲੇ ਇਹ ਹੁਣ ਵਰਲਡ ਵਾਈਡ ਮਹੀਨੇ ਦੇ ਐਂਡ ਵਿੱਚ ਇਹ ਪੂਰੀ ਦੁਨੀਆ ਚ ਅਵੇਲੇਬਲ ਹੋਏਗੀ ਬੁੱਕ। ਤੁਸੀਂ ਇਸ ਦੀ ਈ-ਬੁੱਕ ਲੈ ਸਕਦੇ ਹੋ, ਤੁਸੀਂ ਇਸ ਨੂੰ ਪ੍ਰਿੰਟ ਔਨ ਡਿਮਾਂਡ ਤੇ Amazon ਤੋਂ ਲੈ ਸਕਦੇ ਹੋ, ਦੂਜੀ ਸਾਈਟਸ ਤੋਂ ਵੀ ਲੈ ਸਕਦੇ ਜੀ। ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹਾਂਗਾ ਵੀ ਜਿਵੇਂ ਤੁਸੀਂ ਕਹਤਾ ਵੀ ਅਸੀਂ 12 ਭਾਸ਼ਾਵਾਂ ਦੇ ਵਿੱਚ ਇਹ ਬੁੱਕ ਲੈ ਕੇ ਆ ਰਹੇ ਹਾਂ ਜੀ। ਫਿਰ ਉੱਥੇ 12 ਭਾਸ਼ਾਵਾਂ 'ਚ ਬੁੱਕ ਤਾਂ ਆ ਰਹੀ ਹੈ ਵੀ ਉਹ ਸੁਪਰਸਟਾਰ ਸੀਗਾ, ਜੀ ਵੀ ਉਹ ਹੁਣ ਲੈਜੈਂਡ ਸੀਗਾ, ਜੀ ਉਹਨੇ ਕਿਹਾ ਵੀ ਸੀ ਤੇ ਹੋ ਵੀ ਗਿਆ, ਤੇ ਲੋਕ ਉਹਨਾਂ ਦੇ ਘਰੇ ਜਾ ਰਹੇ ਨੇ, 3 ਤੋਂ 4000 ਬੰਦਾ ਜਾਂਦਾ ਹੈਗਾ। ਜੋ CID ਦੀਆਂ ਰਿਪੋਰਟਾਂ ਆਉਂਦੀਆਂ ਆਈਆਂ ਵੀ 40 ਘੰਟੇ 48 ਘੰਟੇ 'ਚ ਇੰਨੇ ਲੋਕ ਉਹਨਾਂ ਦੇ ਘਰੇ ਵਿਜ਼ਿਟ ਕਰ ਰਹੇ ਨੇ, ਉਹਦੀ ਫੈਨ ਫੋਲੋਇੰਗ ਇੰਨੀ ਆ। ਪਰ ਤੁਹਾਨੂੰ ਲੱਗਦਾ ਹੈਗਾ ਵੀ ਜਿੱਥੇ ਬਾਹਰਲੇ ਪੋਲੀਟੀਸ਼ੀਅਨ, ਬਾਹਰਲੇ ਰੈਪਰ, ਬਾਹਰਲੇ ਸਿੰਗਰ ਉਹਦੇ ਘਰੇ ਆ ਰਹੇ ਨੇ ਜਾਂ ਉਹਨਾਂ ਦੇ ਮਾਤਾ ਪਿਤਾ ਨਾਲ ਗੱਲ ਕਰ ਰਹੇ ਨੇ, ਉਹਨੂੰ ਟ੍ਰਿਬਿਊਟ ਦੇ ਰਹੇ ਨੇ, ਵੀ ਪੰਜਾਬ ਨੂੰ ਜਾਂ ਮੂਸਾ ਪਿੰਡ ਨੂੰ ਜਾਂ ਮਾਨਸਾ ਨੂੰ ਉਹਨੇ ਕਿੱਥੋਂ ਤੱਕ ਪਹੁੰਚਾਤਾ? ਕੀ ਜਿਹੜੇ ਲੈਵਲ ਦਾ ਉਹ ਬੰਦਾ ਸੀ ਉਸ ਲੈਵਲ ਦੀ ਇਨਵੈਸਟੀਗੇਸ਼ਨ ਹੋਈ ਜਾਂ ਭਾਰਤ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਵੀ ਉਸ ਲੈਵਲ ਤੱਕ ਕੰਮ ਗਿਆ ਕਿ ਨਹੀਂ? ਮੈਨੂੰ ਲੱਗਦਾ ਜੇ ਬਹੁਤ ਲੂਪ ਹੋਲਸ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ, ਅਤੇ ਮਤਲਬ ਜਿੰਨਾ ਵੀ ਕ੍ਰਾਈਮ ਰਿਪੋਰਟਰ ਦਾ ਐਕਸਪੀਰੀਅੰਸ ਹੈ ਮੇਰਾ, ਹੋ ਸਕਦਾ ਮੈਂ ਗਲਤ ਹੋਵਾਂ ਜੀ, ਪਰ ਜਦੋਂ ਕੋਈ ਕ੍ਰਾਈਮ, ਇੰਨਾ ਵੱਡਾ ਕ੍ਰਾਈਮ ਸਡਨਲੀ ਕੋਈ ਰਿਸਪੌਂਸਿਬਿਲਟੀ ਲੈ ਲੈਂਦਾ ਤੇ ਸਡਨਲੀ ਸਾਰੇ ਕਹਿੰਦੇ ਹਾਂ ਜੀ ਉਸਨੇ ਰਿਸਪੌਂਸਿਬਿਲਟੀ ਲੈ ਲਈ, ਤਾਂ ਇਹ ਕ੍ਰਾਈਮ ਇਹਨਾਂ ਦਾ ਹੈ। ਫਿਰ ਅਸੀਂ ਕੇਕੜਾ ਨੂੰ ਪਕੜਿਆ, ਫਿਰ ਅਸੀਂ ਨਿੱਕੂ ਨੂੰ ਪਕੜਿਆ, ਤੇ ਮਨਪ੍ਰੀਤ ਭਾਊ ਨੂੰ ਪਕੜਿਆ, ਫਿਰ ਦਿੱਲੀ ਵਾਲਿਆਂ ਨੇ ਪਕੜਿਆ, ਚਲੋ ਜੀ ਸਾਰੇ ਇਕੱਠੇ ਹੋ ਗਏ। ਸੋ ਮੇਰਾ ਦਿਲ ਨਹੀਂ ਮੰਨਦਾ ਇਸ ਗੱਲ ਨੂੰ, ਇਸ ਕਰਕੇ ਹੀ ਮੈਂ ਇਸ ਕਿਤਾਬ 'ਚ ਹੋਰ ਰਿਸਰਚ ਕੀਤੀ ਤੇ ਅੱਗੇ ਚੱਲਿਆ। ਮੈਨੂੰ ਲੱਗਦਾ ਨਹੀਂ ਕਿ ਹਜੇ ਇਹਦੇ 'ਚ ਸੱਚ ਬਾਹਰ ਆਇਆ ਹੈ, ਬਿਕੋਜ਼ ਜਿਸ ਹਿਸਾਬ ਨਾਲ ਲਾਰੈਂਸ ਬਿਸ਼ਨੋਈ ਦੀ ਟ੍ਰੀਟਮੈਂਟ ਹੋ ਰਹੀ ਹੈ, ਉਹ ਇਸ ਗੱਲ ਨੂੰ ਹੋਰ ਪੁਖਤਾ ਕਰਦੀ ਹੈ। ਟ੍ਰੀਟਮੈਂਟ ਤੋਂ ਭਾਵ ਮਤਲਬ ਉਸ ਨੂੰ ਜਿਵੇਂ ਉਹਦੀ ਇੰਟਰਵਿਊਜ਼ ਹੋਈਆਂ, ਵੈਸੇ ਵੀ ਉਸ ਨੂੰ ਮੈਕਸਿਮਮ ਸਿਕਿਉਰਿਟੀ 'ਚ ਰੱਖਿਆ ਜਾਂਦਾ, ਫਿਰ ਉਹਦੀ ਇਮੇਜ ਬਿਲਡਿੰਗ ਕੀਤੀ ਜਾ ਰਹੀ ਹੈ। ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਕਿੱਥੇ ਹੋਇਆ ਇੰਟਰਵਿਊ, ਤੇ ਨਹੀਂ ਪਤਾ ਲੱਗਿਆ? ਮੈਂ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕੀਤੀ ਜੀ, ਜੋ ਵੀ ਮੇਰੇ ਇੱਕ ਕ੍ਰਾਈਮ ਰਿਪੋਰਟਰ ਦੇ ਟੂਲਸ ਨੇ, ਤੁਹਾਨੂੰ ਪਤਾ ਹੀ ਆਪਣੇ ਕਿੰਨੇ ਲਿਮਿਟਿਡ ਟੂਲਸ ਨੇ, ਸੋ ਉਹਦੇ 'ਚ ਮੈਂ ਪੂਰੀ ਕੋਸ਼ਿਸ਼ ਕੀਤੀ। ਹਰ ਡਿਪਾਰਟਮੈਂਟ ਏਜੰਸੀਜ਼ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੇ ਸੱਚ ਨੂੰ ਜਾਣਦੇ ਹੁੰਦੇ ਨੇ ਤੇ ਉਹ ਸ਼ੇਅਰ ਕਰਨਾ ਚਾਹੁੰਦੇ ਹੁੰਦੇ ਆ, ਉਸੇ ਕਰਕੇ ਆਪਾਂ ਮੀਡੀਆ ਚੱਲਦਾ ਹੈਗਾ। ਸੋ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਹਜੇ ਮੈਨੂੰ ਪੂਰਾ ਉਸ ਦੇ ਹੋਇਆ ਨਹੀਂ, ਪਰ ਮੈਨੂੰ ਹਜੇ ਵੀ ਉਮੀਦ ਹੈ ਕਿ ਸ਼ਾਇਦ ਪੰਜਾਬ ਪੁਲਿਸ ਇਹਦੇ 'ਚ ਕੁਝ ਕੱਢ ਲਵੇ। ਉਮੀਦ ਤਾਂ ਘੱਟ ਹੈ, ਪਰ ਤੁਹਾਨੂੰ ਲੱਗਦਾ ਜਿਹੜੇ ਹਾਂ ਇਹਨਾਂ ਨੂੰ ਕੁਝ ਰਿਪੋਰਟ ਦੇਣੀ ਪਏਗੀ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮੂਸੇਵਾਲਾ ਜੀ ਦੇ ਮਾਂ-ਪਿਓ ਨੇ, ਉਹ ਹੋਰ ਕੁਝ ਨਹੀਂ ਤਾਂ ਕਲੋਜ਼ਰ ਡਿਜ਼ਰਵ ਕਰਦੇ ਨੇ। ਉਹ ਸੜਕਾਂ ਤੇ ਘੁੰਮ ਰਹੇ ਨੇ, ਡਿਮਾਂਡ ਕਰ ਰਹੇ ਨੇ ਜਸਟਿਸ, ਕਦੇ ਅਸੈਂਬਲੀ ਅੱਗੇ ਧਰਨਾ ਦੇ ਰਹੇ ਹੈ, ਕਦੇ ਮਾਨਸਾ ਹੁਣ ਕੈਬਨਿਟ ਮੀਟਿੰਗ ਹੋਈ ਉੱਥੇ ਜਾ ਰਹੇ ਨੇ, ਇਲੈਕਸ਼ਨ ਕੈਂਪੇਨਿੰਗ 'ਚ ਉੱਥੇ ਜਾ ਰਹੇ ਨੇ ਜੀ। ਸੋ ਉਹ ਐਟਲੀਸਟ ਇਹ ਤਾਂ ਡਿਜ਼ਰਵ ਕਰਦੇ ਨੇ ਕਿ ਉਹਨਾਂ ਨੂੰ ਪੂਰਾ ਸੈਟੀਸਫਾਈ ਕੀਤਾ ਜਾਵੇ। ਹਾਂ, ਸੋ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਐਨੇ ਰਿਜਿਡ ਹੋ ਜਾਣਗੇ ਵੀ ਨਹੀਂ ਅਸੀਂ ਤਾਂ ਤੁਹਾਡੀ ਗੱਲ ਹੀ ਨਹੀਂ ਮੰਨਦੇ, ਇਹ ਬਿਲਕੁਲ ਨਹੀਂ ਹੋ ਸਕਦਾ ਹੈਗਾ। ਸੋ ਉਹਨਾਂ ਦਾ ਸੈਟੀਸਫੈਕਸ਼ਨ ਤੇ ਕਲੋਜ਼ਰ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ, ਐਂਡ ਉਹਨਾਂ ਦੇ ਫੈਨਸ ਦਾ। ਡਿਸਪਾਈਟ ਐਨੇ ਥ੍ਰੈਟ, ਐਨੇ ਹੋਸਟਾਈਲ ਇਨਵਾਇਰਨਮੈਂਟ ਦੇ ਵਿੱਚ ਵੀ, ਜਿਵੇਂ ਤੁਸੀਂ ਦੱਸਿਆ, ਫੈਨਸ ਆਉਣੇ ਬੰਦ ਨਹੀਂ ਹੋ ਰਹੇ। ਤੇ ਮੈਨੂੰ ਇੰਨਾ ਅਹਿਸਾਸ ਹੋਇਆ ਹੈ ਇਸ ਕਿਤਾਬ ਤੋਂ ਬਾਅਦ ਕਿ ਉਹਨਾਂ ਦੇ ਜਿਹੜੇ ਫੈਨ ਸੀਗੇ ਉਹ ਕਿਸ ਲੈਵਲ ਦੇ ਨੇ। ਮਤਲਬ ਮੇਰੇ ਕੋਲ ਦਿੱਲੀ, ਮੈਂ ਸਿਰਫ ਇੰਸਟਾਗ੍ਰਾਮ ਤੇ ਪਾਇਆ ਸੀ ਕਿ ਮੈਂ ਦਿੱਲੀ ਮੇਰੇ ਬੁੱਕ ਸਾਈਨਿੰਗ ਹੈ ਬਾਰੀ ਸੰਸ ਵਿੱਚ, ਤਾਂ ਉੱਥੇ ਇੱਕ ਆਪਣੇ ਉਹਨਾਂ ਦੇ ਫੈਨ ਨੇ ਸਿਮਰਨਜੀਤ, ਉਹ ਆਪਣੇ ਬੇਟੇ ਨੂੰ ਲੈ ਕੇ ਆਏ, ਦੋਵਾਂ ਨੇ ਮੂਸੇਵਾਲਾ ਜੀ ਦੀ ਟੀ-ਸ਼ਰਟਸ ਪਾਈਆਂ, ਉਹ ਕੇਕ ਲੈ ਕੇ ਆਏ ਕਿ ਅਸੀਂ ਮੂਸੇਵਾਲਾ ਜੀ ਦਾ ਕੇਕ ਤੁਹਾਡੇ ਤੋਂ ਕਟਵਾਉਣਾ। ਸੋ ਮੈਂ ਬੜੇ ਹੱਥ ਜੋੜੇ ਕਿ ਯਾਰ ਮੈਂ ਤਾਂ ਕੁਝ ਵੀ ਨਹੀਂ ਹੈਗਾ, ਮੈਂ ਤਾਂ ਆਈ ਐਮ ਨੋ ਵਨ, ਉਹ ਤਾਂ ਵਰਲਡ ਸਟਾਰ ਸੀਗਾ। ਤੇ ਉਹ ਕਹਿੰਦੇ ਨਹੀਂ ਜੀ, ਇਹ ਬਿਲਕੁਲ ਮੈਨੂੰ ਸ਼ਾਂਤੀ ਮਿਲੇਗੀ ਜੇ ਤੁਸੀਂ ਇਹ ਕੰਮ ਕਰੋਗੇ।
ਸੋ ਹੋਰ ਵੀ ਫੈਨਸ ਦੇ ਕਿਸੇ ਨੇ, ਮਤਲਬ ਮੈਂ ਸਾਰੇ ਸ਼ੇਅਰ ਨਹੀਂ ਕਰ ਸਕਦਾ। ਕੀ ਤੁਸੀਂ ਇਹ ਕਨਸੈਪਟ ਤੇ ਪਹੁੰਚੇ ਹੋ ਵੀ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਪੰਜਾਬ ਨੂੰ ਡਰਾਉਣ ਦੀ ਕੋਸ਼ਿਸ਼ ਸੀ, ਜਾਂ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹ ਕਤਲ ਕੀਤਾ ਗਿਆ ਉਸ ਐਂਗਲ ਤੋਂ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ, ਪੰਜਾਬ ਦੇ ਵਿੱਚ ਆਪਣਾ ਇਤਿਹਾਸ ਹੈ, ਹੀਰੋ ਵਰਸ਼ਿਪ ਦਾ ਇਤਿਹਾਸ ਜੀ ਤੇ ਆਪਣਾ ਇਤਿਹਾਸ ਹੈ ਵਾਇਲੈਂਸ ਦਾ। ਜੀ ਮੁਸ਼ਕਿਲ ਨਾਲ ਹੀ ਕੋਈ 20-25 ਸਾਲ ਆਪਣੇ ਸ਼ਾਂਤੀ ਦੇ ਨਿਕਲਦੇ, ਫਿਰ ਕੁਛ ਨਾ ਕੁਛ ਹੋ ਜਾਂਦਾ ਹੈ। ਜੀ ਪੰਜਾਬ ਕਿੰਨੀ ਸ਼ਤਾਬਦੀਆਂ ਤੋਂ ਆਪਾਂ ਜਿਹੜੇ ਬਾਹਰੋਂ ਹਮਲਾ ਕਰਨ ਆਉਂਦੇ ਨੇ, ਇਨਵੇਡਰਸ ਨੇ, ਉਹ ਪੰਜਾਬ ਚੋਂ ਹੀ ਜਾਂਦੇ ਨੇ, ਆਪਾਂ ਹੀ ਉਹਨਾਂ ਨਾਲ ਲੜਦੇ ਰਹੇ ਹਾਂ। ਜੀ ਇਸੇ ਕਰਕੇ ਇੱਥੇ ਸਿੱਖੀਜ਼ਮ ਦਾ ਜਨਮ ਹੋਇਆ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਰੈਜ਼ਿਸਟੈਂਸ ਵਾਲਾ ਧਰਮ ਹੈਗਾ, ਜੀ ਸਭ ਤੋਂ ਖੁੱਲਾ ਧਰਮ ਵੀ ਹੈਗਾ। ਜੀ ਸੋ ਉਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਮੂਸੇਵਾਲਾ ਨੂੰ ਸੀਨ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਹ ਨਹੀਂ ਹੋਈ, ਉਹਨਾਂ ਦੇ ਗਾਣਿਆਂ ਨੂੰ ਵੀ ਖਤਮ ਕਰਨ ਦੀ, ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜੀ ਉਹਨਾਂ ਦੀ ਇਮੇਜ ਸੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁਝ ਨਹੀਂ ਹੋਇਆ ਤੇ ਫਿਰ ਉਹਨਾਂ ਨੂੰ ਮਾਰ ਦਿੱਤਾ ਗਿਆ। ਤੁਸੀਂ ਉਹਨਾਂ ਨੂੰ ਜਦੋਂ ਐਲੀਮੀਨੇਟ, ਤੁਸੀਂ ਆਪਣਾ ਹੀਰੋ ਜਾਂ ਆਪਣੀ ਕੋਈ ਸੋਚ ਤਾਂ ਹੀ ਲੈ ਕੇ ਆਓਗੇ ਜਦੋਂ ਪਿਛਲੀ ਸੋਚ ਨੂੰ ਖਤਮ ਕਰੋਗੇ। ਸੋ ਇੱਕ ਸੋਚ ਸੀ ਜਿਸ ਨੂੰ ਖਤਮ ਕੀਤਾ ਗਿਆ। ਹੁਣ ਮੂਸਾ ਹਵੇਲੀ ਦੇ ਬਾਹਰ ਜਾ ਕੇ ਜਿੰਨੇ ਲੋਕ ਖੜਦੇ ਨੇ, ਉਹ ਇਹ ਵੀ ਕਹਿੰਦੇ ਨੇ ਵੀ ਇਹ ਜਿਹੜੀ ਖੇਡ ਆ, ਇਹ ਖੇਡ ਤਾਂ ਭਾਈ ਲੀਡਰਾਂ ਨੇ ਰਚੀ ਵੀ ਆ, ਇੱਕ ਪੋਲੀਟੀਕਲ ਮਰਡਰ ਆ, ਇਹ ਲੋਕਾਂ ਦਾ ਸਵਾਲ ਆ। ਤੁਹਾਨੂੰ ਲੱਗਦਾ ਵੀ ਇਹ ਪੋਲਿਟਿਕਸ ਕਣੀ ਵੀ ਇਸ਼ਾਰਾ ਕਰਦਾ ਹੈਗਾ ਵੀ ਇਹ ਜਿਹੜੀ ਗੇਮ ਹੈ ਤਾਂ ਬਹੁਤ ਉੱਪਰੋਂ ਚੱਲੀ ਹੈ? ਇਹ ਜਿਹੜੇ ਫੋਰਸਿਸ ਨੇ ਨਾ, ਜਿਹੜੇ ਲਾਰੈਂਸ ਬਿਸ਼ਨੋਈ ਨੂੰ ਹੈਲਪ ਕਰ ਰਹੇ ਨੇ, ਜਿਹੜੇ ਮੂਸੇਵਾਲਾ ਨੂੰ ਐਲੀਮੀਨੇਟ ਕੀਤਾ ਹੈਗਾ, ਉਹ ਫੋਰਸਿਸ ਕੁਝ ਵੀ ਹੋ ਸਕਦੇ ਆ, ਏਜੰਸੀਜ਼ ਵੀ ਹੋ ਸਕਦੀਆਂ ਨੇ ਤੇ ਪੋਲੀਟੀਕਲ ਪਾਰਟੀਆਂ ਵੀ ਹੋ ਸਕਦੀਆਂ ਨੇ, ਡੈਫੀਨਿਟਲੀ ਹੋ ਸਕਦਾ। ਕਿਉਂਕਿ ਜਿਹੜੇ ਗੈਂਗਸਟਰਸ ਨੇ, ਉਹ ਮੈਨੂੰ ਲੱਗ ਰਿਹਾ ਪੂਰਾ ਕਿ ਉਹ ਕਿਸੇ ਦੇ ਇਸ਼ਾਰੇ ਤੇ ਚੱਲੇ ਨੇ, ਬਹੁਤ ਜ਼ਿਆਦਾ ਸਟਰੋਂਗ ਇਹਦੇ ਵਕਤ ਹੈਗੇ ਕਿ ਉਹ ਕਿਸੇ ਦੇ ਇਸ਼ਾਰੇ ਤੇ ਉਹਨਾਂ ਨੇ ਕੰਮ ਕੀਤਾ ਹੈ। ਮੈਂ ਜਾਂਦੇ ਜਾਂਦੇ ਇੱਕ ਬਸ ਅਖੀਰਲਾ ਸਵਾਲ ਜ਼ਰੂਰ ਪੁੱਛਣਾਗਾ ਜੀ, ਵੀ ਜਿਵੇਂ ਇਹ ਨੌਜਵਾਨ ਨੂੰ ਬਹੁਤ ਲੋਕ ਸੁਣਦੇ ਨੇ, ਗਾਣੇ ਸੁਣਦੇ ਆ, ਤੇ ਹੋਰ ਨੌਜਵਾਨਾਂ ਦੇ ਗਾਣੇ ਲਗਾਤਾਰ ਆ ਰਹੇ ਆ ਤੇ ਪਹਿਲਾਂ ਤੋਂ ਆ ਰਹੇ ਆ, ਉਹ ਇੱਕ ਐਂਟਰਟੇਨਮੈਂਟ ਆ, ਸਾਡਾ ਕਲਚਰਲ ਵੀ ਆ, ਉਹ 'ਚ ਕੌਣ ਕਿੱਦਾਂ ਦਾ ਗਾ ਰਿਹਾ, ਕੋਈ ਕਿਵੇਂ ਆ, ਆਪਾਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦੇ। ਪਰ ਇੱਥੇ ਜਿਹੜੀ ਇਹ ਸੰਗੀਤਕ ਮੰਡੀ ਆ, ਮਿਊਜ਼ਿਕ ਇੰਡਸਟਰੀ ਜਿਹਨੂੰ ਆਪਾਂ ਕਹਿ ਦਿੰਦੇ ਆ, ਮੁਹਾਲੀ ਜਾਂ ਚੰਡੀਗੜ੍ਹ, ਖਾਸ ਕਰਕੇ ਮੁਹਾਲੀ ਵਰਗੇ ਸ਼ਹਿਰਾਂ 'ਚ ਜਾਂ ਫਲੈਟਾਂ 'ਚ ਚੱਲਦੀ ਆ, ਤੁਹਾਨੂੰ ਲੱਗਦਾ ਵੀ ਮਿਊਜ਼ਿਕ ਇੰਡਸਟਰੀ ਦਾ ਹੱਥ ਹੈਗਾ ਇਹਦੇ ਪਿੱਛੇ, ਮਰਡਰ ਦੇ ਪਿੱਛੇ? ਮਿਊਜ਼ਿਕ ਇੰਡਸਟਰੀ ਦਾ ਡੈਫੀਨਿਟਲੀ ਕੋਈ ਨਾ ਕੋਈ ਰੋਲ ਹੈ, ਬਿਕੋਜ਼ ਮੂਸੇਵਾਲਾ ਥ੍ਰੈਟ ਤਾਂ ਸਭ ਤੋਂ ਵੱਡਾ ਮਿਊਜ਼ਿਕ ਇੰਡਸਟਰੀ ਨੂੰ ਸੀਗਾ ਨਾ। ਮੂਸੇਵਾਲਾ ਨੇ ਮਿਊਜ਼ਿਕ ਇੰਡਸਟਰੀ ਨੂੰ ਪੂਰਾ ਪਲਟਾ ਦਿੱਤਾ ਜੀ, ਹੈਨਾ। ਉਸਨੇ ਕਿਹਾ ਕਿ ਤੁਸੀਂ ਮੈਨੂੰ ਉੱਠਣ ਨਹੀਂ ਦੇ ਰਹੇ ਤਾਂ ਮੈਂ ਇਕੱਲਾ ਹੀ ਉੱਠ ਰਿਹਾ। ਫਿਰ ਉਹਨੇ ਆਪਣੇ ਨਾਲ ਦੇ ਨਵਿਆਂ ਨੂੰ ਉਠਾਉਣਾ ਸ਼ੁਰੂ ਕੀਤਾ। ਜਿਹੜੇ ਉੱਥੇ ਐਸਟੈਬਲਿਸ਼ਡ ਸ਼ਕਤੀਆਂ ਸੀਗੀਆਂ, ਤਾਕਤਾਂ ਸੀਗੀਆਂ, ਉਹ ਮੂਸੇਵਾਲੇ ਨੇ ਉਹਨਾਂ ਨੂੰ ਪਾਸੇ ਕੀਤਾ, ਉਹਨਾਂ ਨੂੰ ਦਬਾ ਦਿੱਤਾ ਆਪਣੇ ਜ਼ੋਰ ਨਾਲ, ਆਪਣੇ ਟੈਲੈਂਟ ਦੇ ਨਾਲ। ਸੋ ਡੈਫੀਨਿਟਲੀ ਉਹਨਾਂ ਦੇ ਬਹੁਤ ਜ਼ਿਆਦਾ ਐਨੀਮੀਜ਼ ਸੀਗੇ। ਇਹ ਡੈਫੀਨਿਟਲੀ ਉਹਨਾਂ ਦਾ ਰੋਲ ਹੈ, ਕਿਤੇ ਨਾ ਕਿਤੇ ਰੋਲ ਹੈ ਉਹਨਾਂ ਦੀ ਲਾਈਫ ਵਿੱਚ, ਤਾਂ ਡੈਫੀਨਿਟਲੀ ਰੋਲ ਹੈ, ਮਰਡਰ 'ਚ ਵੀ ਹੋ ਸਕਦਾ ਹੈ। ਲਾਈਫ ਤੋਂ ਭਾਵ ਵੀ ਉਹ ਮੈਂਟਲੀ ਡਿਸਟਰਬ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਜੋ ਤੁਸੀਂ ਉਹਨਾਂ ਦੇ ਕਮੈਂਟਸ ਦੇਖੋ ਉਹਨਾਂ ਨੂੰ, ਤੇ ਜੋ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਸੀਗਾ, ਕਈ ਗਾਣੇ ਵੀ ਲਿਖੇ ਗਏ ਐਂਡ ਐਵਰੀਥਿੰਗ, ਪਰ ਬਹੁਤ ਜ਼ਿਆਦਾ ਰॉ ਟੈਲੈਂਟ ਸੀਗਾ, ਇੱਕ ਗਿਫਟ ਸੀਗਾ ਪੰਜਾਬ ਨੂੰ, ਜਿਸ ਨੂੰ ਆਪਾਂ ਲੂਜ਼ ਕਰ ਦਿੱਤਾ। ਉਹ ਇੱਕ ਇਹੋ ਜਿਹੀ ਮਤਲਬ ਥ੍ਰੈਸ਼ਹੋਲਡ ਆਫ ਮੈਚੋਰਿਟੀ ਤੇ ਸੀਗਾ ਜਿੱਥੇ ਉਸਨੇ ਬਹੁਤ ਜ਼ਿਆਦਾ ਚੇਂਜ ਲੈ ਕੇ ਆਉਣੇ ਸੀ। 295 ਸੌਂਗ ਤਾਂ ਕਿੱਥੇ ਨਹੀਂ ਸੁਣਿਆ ਜਾਂਦਾ। ਇਨਫੈਕਟ ਮੈਂ ਸਭ ਤੋਂ ਵੱਡਾ ਫੈਨ ਆ 295 ਸੌਂਗ ਦਾ। ਐਂਡ ਸੈਕੰਡਲੀ ਮੂਸੇਵਾਲਾ ਦਾ ਜਿਹੜਾ ਇੰਨੀ ਫੋਲੋਇੰਗ ਹੋਈ ਹੈ, ਜਿਸਨੇ ਬਾਕੀ ਸਿੰਗਰਸ ਨੂੰ ਪਰੇਸ਼ਾਨ ਕੀਤਾ ਕਿ ਉਹ ਹਰ ਏਜ ਕੈਟਾਗਰੀ ਉਹਨੂੰ ਪਸੰਦ ਕਰਦੀ ਸੀ। ਸਿਰਫ ਯੂਥ ਨਹੀਂ ਸੀ ਪਸੰਦ ਕਰਦੇ, ਜਿਹੜੇ ਉਹਨਾਂ ਨੇ ਆਪਣੇ ਮਦਰ ਅਤੇ ਫਾਦਰ ਨੂੰ ਟ੍ਰਿਬਿਊਟ ਦਿੱਤੀ ਆਪਣੇ ਸੌਂਗਸ ਦੇ ਵਿੱਚ, ਉਹਦੇ ਨਾਲ ਬਜ਼ੁਰਗ ਤੇ ਸਾਰੇ ਪੇਰੈਂਟਸ ਕਹਿੰਦੇ ਸੀ ਯਾਰ ਕਿ ਦੇਖੋ ਇਹ ਬੇਟਾ ਆਪਣੇ ਮਾਪਿਓ ਨੂੰ ਕਿੰਨਾ ਜ਼ਿਆਦਾ ਰਿਸਪੈਕਟ ਦੇ ਰਿਹਾ। ਸੋ ਉਹਦੇ ਨਾਲ ਹਰ ਏਜ ਕੈਟਾਗਰੀ ਸੁਣੀ ਜੁੜੀ ਹੈਗੀ ਹੈ, ਜਿਸ ਕਰਕੇ ਉਹ ਮੈਨੂੰ ਲੱਗਦਾ ਕਿ ਉਹ ਜਦੋਂ ਮੂਸੇਵਾਲਾ ਦੇ ਗਾਣੇ ਆਉਂਦੇ ਸੀ, ਲੱਗਦਾ ਕਿ ਇਫੈਕਟ ਹੈ ਕਿ ਹੋਰ ਕਿਸੇ ਦੇ ਗਾਣੇ ਸੁਣੇ ਨਹੀਂ ਸੀ ਜਾਂਦੇ। ਸੋ ਜੈਲਸੀ ਬਹੁਤ ਵੱਡਾ ਫੈਕਟਰ ਹੁੰਦਾ, ਜਿਹੜੇ 7 ਸਿਨਸ ਵਿੱਚੋਂ ਇੱਕ ਜੈਲਸੀ ਹੈ। ਜੈਲਸੀ ਕਰਕੇ ਬਹੁਤ ਕੁਝ ਹੁੰਦਾ ਦੁਨੀਆ ਦੇ ਵਿੱਚ। ਮਹਾਭਾਰਤ ਦਾ ਯੁੱਧ ਦੇ ਵਿੱਚ ਵੀ ਜੈਲਸੀ ਕਿੱਡਾ ਵੱਡਾ ਫੈਕਟਰ ਹੈ। ਤੁਹਾਨੂੰ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਉਹ ਪੈਸਾ ਆ ਕੇ, ਬਿਜ਼ਨਸ ਆ ਕੇ ਗੱਲ ਖੜ ਜਾਂਦੀ ਆ ਵੀ ਇਹ ਕੀ ਹੋ ਗਿਆ? ਬਿਲਕੁਲ ਜੀ, ਇੱਥੇ ਤਾਂ 5 ਰੁਪਏ ਪਿੱਛੇ ਮਰਡਰ ਕਰ ਦਿੱਤੇ ਜਾਂਦੇ। ਉਹ 500 ਕਰੋੜ ਵਰਥ ਉਹਦੀ ਪ੍ਰਾਪਰਟੀ ਹੈ, ਜੋ ਮੈਨੂੰ ਦੱਸੀ ਗਈ ਹੈ, ਜੋ ਉਹਨਾਂ ਦੀ ਗਾਣਿਆਂ ਦੀ ਵੈਲਿਊ 500 ਕਰੋੜ ਵਰਥ ਹੈ। ਸੋ ਦੈਟ ਇਜ਼ ਹਿਊਜ। ਤੇ ਇੱਕ ਚੀਜ਼ ਤੁਹਾਨੂੰ, ਜਦੋਂ ਹੁਣ ਆਪਾਂ, ਤੁਸੀਂ ਬਹੁਤ ਲੋਕਾਂ ਨੂੰ ਕਵਰ ਕੀਤਾ ਹੋਊਗਾ, 1 ਸਾਲ ਲਗਾਤਾਰ ਕਿਸੇ ਦੇ ਘਰੇ ਲੋਕ ਅਫਸੋਸ ਕਰਨ ਜਾ ਰਹੇ ਨੇ, ਚਾਹੇ ਉਹਦੇ ਫੈਨਸ ਆ, ਚਾਹੇ ਉਹ ਕਿਸੇ ਵੀ ਰੂਪ 'ਚ ਆ, ਚਾਹੇ ਉਹ ਦਿਲੋਂ ਜੁੜੇ ਹੋਏ, ਚਾਹੇ ਉਹ ਕੋਈ ਫੋਟੋ ਦੇ ਰੂਪ 'ਚ ਕੋਈ ਉਹਦਾ ਪਾ ਰਿਹਾ ਟ੍ਰਿਬਿਊਟ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਤੁਹਾਨੂੰ ਲੱਗਦਾ ਵੀ
ਬਿਲਕੁਲ ਬਹੁਤ ਜ਼ਬਰਦਸਤ ਫਿਨੋਮੇਨਾ ਹੈ ਜੀ। ਮੈਂ ਤਾਂ ਕਹਿੰਦਾ ਉੱਥੇ ਬਿਲਕੁਲ ਨਦੀਆਂ, ਫੈਨਸ ਦੀਆਂ ਨਦੀਆਂ ਜਾਂਦੀਆਂ। ਮੈਂ ਜਦੋਂ ਵੀ ਉੱਥੇ ਗਿਆ ਤੇ ਹਰ ਵਾਰੀ ਕਦੀ ਮੈਂ ਕਿਸੇ ਨੂੰ ਮਿਲਣ ਜਾਂਦਾ ਸੀ, ਕੋਈ ਇੰਟਰਵਿਊ ਕਰਨ ਜਾਂਦਾ ਸੀ ਇਸ ਬੁੱਕ ਦੇ ਲਈ, ਤਾਂ ਉਦੋਂ ਮੈਨੂੰ ਹਰ ਵਾਰੀ ਨਵੇਂ ਫੈਨਸ ਦਿਖਦੇ ਸੀ। ਇਹ ਨਹੀਂ ਕਿ ਉਹੀ ਲੋਕ ਬਾਰ-ਬਾਰ ਦਿਖ ਰਹੇ ਨੇ, ਤੁਹਾਨੂੰ ਕਸ਼ਮੀਰ ਤੋਂ ਲੋਕ ਆਏ ਦਿਖ ਰਹੇ ਨੇ, ਤੁਹਾਨੂੰ ਗੁਜਰਾਤ ਤੋਂ ਲੋਕ ਆ ਕੇ ਮਿਲਦੇ ਦਿਖੇ ਨੇ। ਤੇ ਮਤਲਬ ਇੱਕ ਇਸ ਸਾਰੇ ਕੇਸ ਦੇ ਵਿੱਚ ਜੋ ਮੇਰੇ ਨਾਲ ਹੋਇਆ ਕਿ ਐਜ਼ ਅ ਜਰਨਲਿਸਟ ਤੁਸੀਂ ਜਾਣਦੇ ਹੋ ਕਿ ਆਪਣਾ ਸਭ ਤੋਂ ਵੱਡਾ ਆਰਟ ਹੁੰਦਾ ਹੈ ਸਵਾਲ ਪੁੱਛਣਾ, ਗੱਲਾਂ ਕਰਨੀਆਂ, ਗੱਲਾਂ ਕਢਵਾਉਣੀਆਂ। ਜੀ। ਪਰ ਇਸ ਕੇਸ ਦੇ ਵਿੱਚ ਮੈਂ ਬਹੁਤ ਵਾਰੀ ਸਪੀਚਲੈਸ ਹੋ ਜਾਂਦਾ ਸੀ। ਕਿਸੇ ਨੂੰ ਮਿਲਦਾ ਸੀ ਤਾਂ ਮਤਲਬ ਅੱਗੋਂ ਜੋ ਉਸ ਬੰਦੇ ਦਾ ਰਿਐਕਸ਼ਨ ਹੁੰਦਾ ਸੀ, ਜੋ ਉਦਾਸ ਹੁੰਦਾ ਸੀ, ਉਹਦੀ ਜਿਹੜੀ ਦਿਲ 'ਚ ਉਦਾਸੀ ਹੈ, ਮੈਂ ਪਤਾ ਨਹੀਂ ਸ਼ਬਦਾਂ 'ਚ ਕਹਿ ਪਾ ਰਿਹਾ ਇਸ ਨੂੰ ਕਿ ਨਹੀਂ, ਜਿਹੜੀ ਦਿਲ ਦੀ ਉਦਾਸੀ ਹੈ ਨਾ, ਉਹਦੇ 'ਚ ਤੁਹਾਨੂੰ ਇਹ ਲੱਗਦਾ ਸੀ ਯਾਰ ਇੱਥੇ ਗੱਲ ਕਰਨ ਦੀ ਲੋੜ ਨਹੀਂ ਹੈ, ਮੈਂ ਵੀ ਸਮਝ ਰਿਹਾ ਕਿ ਇਹ ਕੀ ਕਹਿਣਾ ਚਾਹੁੰਦੇ ਆ ਤੇ ਉਹ ਵੀ ਸਮਝ ਰਿਹਾ ਕਿ ਮੈਂ ਕੀ ਪੁੱਛਣਾ ਚਾਹੁੰਦਾ ਸੀ। ਜੀ। ਸੋ ਇਹ ਇਸ ਕੇਸ 'ਚ ਮੈਨੂੰ ਸਭ ਤੋਂ ਵੱਡਾ ਮਿਲਿਆ, ਮਤਲਬ ਇੱਕ ਬਿਲਕੁਲ ਡਿਫਰੈਂਟ ਐਕਸਪੀਰੀਅੰਸ ਸੀਗਾ ਇਹ। ਜੀ ਜਤਿੰਦਰ ਜੀ, ਤੁਸੀਂ ਸਮਾਂ ਦਿੱਤਾ। ਉਮੀਦ ਕਰਦੇ ਹਾਂ ਵੀ ਬਹੁਤ ਲੋਕ ਜਿਨ੍ਹਾਂ ਨੇ ਨਹੀਂ ਕਿਤਾਬ ਪੜ੍ਹੀ ਉਹ ਵੀ ਪੜ੍ਹਨਗੇ, ਸਮਝਣਗੇ ਤੇ ਕੁਛ ਇਹਦੇ 'ਚ ਸੁਧਾਰ ਕਰਨ ਵਾਲਾ ਜਾਂ ਕੋਈ ਚੀਜ਼ਾਂ ਤੁਹਾਨੂੰ ਟਿੱਪਣੀਆਂ ਮਿਲਦੀਆਂ ਨੇ ਉਹ ਵੀ ਤੁਸੀਂ ਅਗਲੀ ਕਿਤਾਬ ਦੇ ਵਿੱਚ। ਮੈਂ ਤੇ ਸੈਕੰਡ ਐਡੀਸ਼ਨ 'ਚ ਡੈਫੀਨਿਟਲੀ, ਤੁਸੀਂ ਮੈਨੂੰ ਕਾਫੀ ਹੈਲਪ ਕੀਤੀ ਹੈ ਆਲਰੇਡੀ ਜੀ। ਤੇ ਮੈਂ ਇਸ ਨੂੰ ਡੈਫੀਨਿਟਲੀ ਇਨਕੋਰਪੋਰੇਟ ਕਰਾਂਗਾ। ਇਹ ਜਦ ਤੱਕ ਜਸਟਿਸ ਨਹੀਂ ਮਿਲ ਜਾਂਦਾ ਜਾਂ ਸਾਨੂੰ ਇੱਕ ਫਾਈਨਲ ਵਰਡ ਨਹੀਂ ਮਿਲ ਜਾਂਦਾ, ਸੋ ਇਹ ਪੰਜਾਬ ਪੁਲਿਸ ਨੂੰ, ਦਿੱਲੀ ਪੁਲਿਸ ਨੂੰ, ਬਾਕੀ ਇਨਵੈਸਟੀਗੇਸ਼ਨ ਏਜੰਸੀਆਂ ਦੀ ਵੀ ਇਮੇਜ ਤੇ ਕੁਐਸਚਨ ਮਾਰਕ ਹੈ ਕਿ ਅਸੀਂ ਇਸ ਤੇ ਇੱਕ ਫਾਈਨਲ ਵਰਡ ਪਬਲਿਕ ਨੂੰ ਦੱਸੀਏ। ਜੀ ਤੁਸੀਂ ਸਮਾਂ ਦਿੱਤਾ ਬਾਈ ਜੀ, ਧੰਨਵਾਦ ਤੁਹਾਡਾ। ਥੈਂਕ ਯੂ। ਸੋ ਇਹ ਕਿਤਾਬ ਆ ਹੂ ਕਿਲਡ ਮੂਸੇਵਾਲਾ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕੀਤੀ, ਇਹਨਾਂ ਤੋਂ ਲੱਭਣ ਦੀ ਵੀ ਕੋਸ਼ਿਸ਼ ਕੀਤੀ ਵੀ ਜੋ ਇਹਨਾਂ ਨੇ ਕਿਤਾਬ ਦੇ ਵਿੱਚ ਪਾਇਆ ਹੈਗਾ ਜਾਂ ਇਹ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਨੇ, ਖਾਸ ਕਰਕੇ ਉਸਦੇ ਕਤਲ ਤੋਂ ਬਾਅਦ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।